सतनाम वाहिगुरु साहिब जी। कृपा करो दीन के दाते, मेरा गुण अवगण ना विचारो कोई। माटी का क्या तो पै स्वामी, मानस की गत ही। कबीर चरण कमल की मौज को, कह कैसे उन्मान। कह बेकौ सुबा नहीं, देखा ही परवान। कवण सो अखर कवण गुण, कवण सो मणिया मंत। कवण सो वेसो हो करी, जित वस आवे कंत। निवण सो अखर खमण गुण, जिह्बा मणिया मंत। ए त्रै पैणे वेस कर, तां वस आवी कंत। कबीर संगत करिए साधकी, अंत करे निर्वाह। साकत संग ना कीजिए, जाते हुए बिनाह। बेसुमार अथाह अगनत तोले, जो बुलाओ त्यो नानक दास बोले। सतनाम वाहिगुरु साहिब जी। बचन साध सुख पंथा, लहंथा बड़ कर्मणः। बचन साध सुख पंथा, लहंथा बड़ कर्मणः। रहंता जन्म मरणेन, रमणं नानक हर कीर्तनः। रहंता जन्म मरणेन, रमणं नानक हर कीर्तनः। पत्र पुरजैन चढ़ियं, नह जड़ियं पेड़ संपता। पत्र पुरजैन चढ़ियं, नह जड़ियं पेड़ संपता। नाम बिहूण बिखमता नानक, बहंत जोन बासुरो रैणी। नाम बिहूण बिखमता नानक,
ਬਹੰਤ ਜੋਨ ਬਾਸਰੋ ਰੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਅਗਮ ਗੋਚਰ ਪਾਰ ਬ੍ਰਹਮ ਅਬਿਨਾਸ਼ੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਦਾ ਸਦਕਾ ਹੈ ਜੋ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸ਼ਬਦ ਦੀ ਸਾਧਨਾ ਕਰਨ ਦਾ ਬਲ ਬਖਸ਼ਿਆ ਹੈ। ਅੰਮ੍ਰਿਤਮਈ ਬਾਣੀ ਦੇ ਨਾਲ ਆਪਣੇ ਚਿੱਤ ਨੂੰ ਇੱਕ ਸੁਰ ਕਰਕੇ, ਮਤ ਨੂੰ ਨਿਰਮਲ ਕਰਦਿਆਂ ਹੋਇਆਂ ਸਮੁੱਚੇ ਜੀਵਨ ਦੀ ਨਿਰਮਲ ਸਾਧਨਾ ਕਰਨ ਦਾ ਯਤਨ ਕਰ ਰਹੇ ਹਾਂ। ਬੜੇ ਸੁਭਾਗਸ਼ਾਲੀ ਹਾਂ ਜੀ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਭਗਤ ਰਸਨਾ ਦੁਆਰਾ ਬਖਸ਼ਿਸ਼ ਕਰਦੇ ਹਨ। ਕਬੀਰ ਚਰਨ ਕਮਲ ਕੀ ਮੌਜ ਕਉ ਕਹਿ ਕੈਸੇ ਅਨੁਮਾਨ, ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਦੁਨਿਆਵੀ ਨੁਕਤੇ ਤੋਂ ਗੱਲ ਵਾਚੀ ਜਾਵੇ ਤਾਂ ਜੇ ਇੱਕ ਸੁੱਖ ਦਾ ਅਹਿਸਾਸ ਇੱਕ ਬੱਚੇ ਨੂੰ ਆਪਣੀ ਮਾਂ ਦੇ ਗੋਦ ਅੰਦਰ ਹੈ, ਇਸੇ ਪ੍ਰਕਾਰ ਜੋ ਇੱਕ ਪੰਛੀ ਨੂੰ ਸੁੱਖ ਦਾ ਅਹਿਸਾਸ ਆਪਣੇ ਆਲ੍ਹਣੇ ਦੇ ਅੰਦਰ ਹੈ, ਜਿਹੜਾ ਇੱਕ ਸੁੱਖ ਦਾ ਅਹਿਸਾਸ ਇੱਕ ਮੁਸਾਫਰ ਨੂੰ ਰਾਤ ਸਮੇਂ ਮਿਲਣ ਵਾਲੀ ਸਰਾਂ ਦੇ ਵਿੱਚ ਹੈ, ਇਸੇ ਪ੍ਰਕਾਰ ਬੜੇ ਦੂਰ ਤੋਂ ਭਟਕ ਕੇ ਆ ਰਹੇ ਪੰਛੀ ਨੂੰ ਜਿਵੇਂ ਇੱਕ ਸੁੱਖ ਦਾ ਅਹਿਸਾਸ ਕਿਤੇ ਠਹਿਰਾਅ ਦੇ ਸਥਾਨ ਮਿਲਣ ਦਾ ਹੈ, ਤਾਂ ਇਸੇ ਪ੍ਰਕਾਰ ਜਿਹੜੇ ਸਤਿਗੁਰੂ ਕੀ ਚਰਨ ਸ਼ਰਨ ਦੇ ਵਿੱਚ ਸ਼ਬਦ ਰੂਪ ਕਰਕੇ ਸ਼ਬਦ ਨਾਲ ਆਪਣਾ ਚਿੱਤ ਜੋੜਦੇ ਨੇ, ਉਹਨਾਂ ਦੇ ਜੀਵਨ ਦੀ ਅਵਸਥਾ ਨੂੰ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਚਰਨ ਕਮਲ ਕੀ ਮੌਜ ਕੋ। ਜਿਵੇਂ ਪਹਿਲੇ ਨੁਕਤਿਆਂ ਦੀ ਗੱਲ ਕੀਤੀ ਕਿ ਇਹਨਾਂ ਦੇ ਅਹਿਸਾਸਾਂ ਵਿੱਚ ਰਹਿਣ ਵਾਲਾ ਜੀਵਨ ਜੋ ਸੁੱਖ ਮਾਣਿਆ ਉਹਦਾ ਬਿਆਨ ਨਹੀਂ ਕਰ ਸਕਦਾ, ਅਸਮਰੱਥ ਰਹਿੰਦਾ ਹੈ ਕਿ ਮਾਂ ਦੀ ਗੋਦ ਦਾ ਨਿੱਘ ਮਾਣਿਆ ਉਹਦਾ ਕੀ ਬਿਆਨ ਕਰੇਗਾ। ਪੰਛੀ ਨੇ ਆਲ੍ਹਣੇ ਦਾ ਸੁੱਖ ਦਾ ਅਹਿਸਾਸ ਮਾਣਿਆ, ਕੀ ਬਿਆਨ ਕਰੇਗਾ। ਤਾਂ ਇਸੇ ਪ੍ਰਕਾਰ ਕਹਿੰਦੇ ਗੁਰੂ ਭਗਤ ਕਬੀਰ ਸਾਹਿਬ ਦੀ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਕਿਹੜਾ ਸ਼ਬਦ ਰੱਖਾਂ, ਕਿਹੜਾ ਵਾਕ ਘੜਾਂ, ਕਿਹੜਾ ਦ੍ਰਿਸ਼ਟਾਂਤ ਦੇਵਾਂ, ਕਿਹੜਾ ਰੂਪਕ ਬਣਾਵਾਂ, ਕਿਹੜੀ ਉਦਾਹਰਣ ਦੇਵਾਂ ਕਿ ਜਿਹੜੀ ਮੈਨੂੰ ਗੁਰੂ ਚਰਨਾਂ ਵਿੱਚ ਬੈਠ ਕੇ ਸੁਰਤ ਦੇ ਅਰਸ਼ੀ ਹੁਲਾਰੇ, ਆਨੰਦ ਭਰੇ ਹੁਲਾਰੇ ਆਉਂਦੇ ਨੇ ਅਤੇ ਮੇਰਾ ਮਨ ਗੁਰੂ ਸ਼ਬਦ ਦੇ ਨਾਲ ਰਤਿਆ ਹੋਇਆ ਪੂਰੀ ਤਰ੍ਹਾਂ ਝੂਲਦਾ ਹੈ, ਅੰਮ੍ਰਿਤ ਰਸ ਦੀ ਧਾਰਾ ਨੂੰ ਬੂੰਦ ਬੂੰਦ ਕਰਕੇ ਚੱਖਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਬੇ ਕੋ ਸੋਭਾ ਨਹੀਂ। ਇਹ ਕਹਿਣ ਦੀ ਗੱਲ ਨਹੀਂ ਹੈ ਅਤੇ ਨਾ ਹੀ ਕਹੀ ਜਾਏਗੀ, ਕਿਉਂਕਿ ਸੁਰਤ ਦਾ ਵਿਸ਼ਾ ਹੋ ਜਾਂਦਾ ਅਤੇ ਸੁਰਤ ਦੇ ਦੇਸ਼ ਵਿੱਚ ਜਾ ਕੇ ਬੋਲ ਦੀ ਇਤਨਾ ਤਾਣ ਨਹੀਂ ਰਹਿੰਦਾ। ਤਾਂ ਕਹਿੰਦੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਹੜਾ ਸਤਿਗੁਰੂ ਦੀ ਸ਼ਰਨ ਜੁੜੇਗਾ, ਸਤਿਗੁਰੂ ਦੇ ਸ਼ਬਦ ਸਾਗਰ ਦੇ ਵਿੱਚ ਸੁਰਤ ਕਰਕੇ ਗਹਿਰਾਈ ਦੇ ਤਲ 'ਤੇ ਉਤਰੇਗਾ, ਉਹੀ ਇਸ ਦੀ ਮਹਿਮਾ ਨੂੰ, ਇਹਦੇ ਆਨੰਦ ਨੂੰ, ਇਹਦੇ ਵਿਆਪਕ ਰਸ ਨੂੰ, ਇਹਦੀ ਮਿਹਰਾਮਤ ਨੂੰ ਜਾਣ ਸਕੇਗਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਚਰਨ ਸ਼ਰਨ ਵਿੱਚ ਜੁੜ ਕੇ ਸਤਿਗੁਰੂ ਕੀ ਕਿਰਪਾ ਨੂੰ ਮਾਨਣ ਦਾ ਯਤਨ ਕਰਦੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕਿਰਪਾ ਦੇ ਪਾਤਰ ਬਣਨ ਦਾ ਨਿਰਮਲ ਉਦਮ ਯਤਨ ਕਰ ਰਹੇ ਸੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਚਨ ਸਾਧ ਸੁਖ ਪੰਥਾ, ਲਹੰਥਾ ਵੱਡ ਕਰਮਣ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਭੱਟ ਸਾਹਿਬਾਨਾਂ ਨੇ
ਕਿੱਡੀ ਵੱਡੀ ਉਸਤਤ ਗੁਰੂ ਸਾਹਿਬਾਨ ਜੀ ਦੀ ਕੀਤੀ ਹੈ। ਪੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਕਹਿੰਦੇ ਭੇਦ ਹੀ ਕਿਸੇ ਗੱਲ ਦਾ ਨਹੀਂ ਹੈ। ਪ੍ਰਤੱਖ ਮੂਰਤ ਹੈ ਗੁਰੂ ਅਰਜਨ ਦੀ ਹਰ ਸਰੂਪ ਦੇ ਵਿੱਚ। ਜਿਸ ਹਰ ਸਰੂਪ ਤੋਂ ਅੰਮ੍ਰਿਤਮਈ ਬਾਣੀ ਦੀ ਸਾਨੂੰ ਬਖਸ਼ਿਸ਼ ਹੋਈ ਹੋਵੇ, ਇਹਦਾ ਮਤਲਬ ਹੈ ਉਹਦੀ ਬਾਣੀ ਵੀ ਸਤਿਗੁਰੂ ਕੀ ਅੰਮ੍ਰਿਤ ਸਰੂਪ ਹੈ। ਅਤੇ ਜਿਹੜਾ ਇਸ ਅੰਮ੍ਰਿਤ ਬਾਣੀ ਦੇ ਭਾਵ ਨੂੰ ਹਿਰਦੇ ਅੰਦਰ ਵਸਾਏਗਾ, ਉਹਦਾ ਸਮੁੱਚਾ ਜੀਵਨ ਵੀ ਅੰਮ੍ਰਿਤਮਈ ਬਣ ਜਾਏਗਾ। ਸਤਿਗੁਰੂ ਦੀ ਬਖਸ਼ਿਸ਼ ਸਦਕਾ ਮਹੱਲਾ ਪੰਜਵਾਂ ਗਾਥਾ ਬਾਣੀ ਦੀ ਲੜੀਵਾਰ ਵਿਆਖਿਆ ਸਤਿਗੁਰੂ ਕੀ ਕਿਰਪਾ ਸਦਕਾ ਸ਼ਰਵਣ ਕਰ ਰਹੇ ਸਾਂ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਪਿਛਲੇ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜੇ ਗੁਰਸਿੱਖ ਜਨ ਵਿਚਾਰ ਕਰਕੇ, ਕੀਰਤਨ ਕਰਕੇ, ਚਿੰਤਨ ਕਰਕੇ ਗੁਰੂ ਸ਼ਬਦ ਦੀ ਜਿਹੜੀ ਮਾਲਾ ਹੈ ਉਹਨੂੰ ਆਪਣੇ ਹਿਰਦੇ ਅੰਦਰ ਗੁੰਦਦੇ ਹਨ, ਪਰੋਂਦੇ ਹਨ, ਉਹਨਾਂ ਦੇ ਪੰਜ ਤਸਕਰ, ਪੰਜੇ ਵੈਰੀ ਆਦਿਕ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਸਹਿਜੇ ਹੀ ਨਾਸ਼ ਹੋ ਜਾਂਦੇ ਹਨ ਅਤੇ ਉਹ ਆਪਣੀ ਰਸਨਾ ਦੇ ਨਾਲ ਇਹਨਾਂ ਜਮਾਂ ਦੀ ਫਾਹੀ ਨੂੰ ਕੱਟ ਦਿੰਦੇ ਹਨ। ਇਸ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ। ਤਾਂ ਅੱਜ ਵਾਲੇ ਆਰੰਭਕ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੰਸਾਰ ਦੇ ਵਿੱਚ ਕਿਸੇ ਵੀ ਕਾਰਜ ਦੀ ਸਿੱਧੀ ਕਰਨੀ ਹੋਵੇ ਮਨੁੱਖ ਨੇ, ਭਾਵੇਂ ਉਹਦਾ ਮੁਕੰਮਲ ਗਿਆਨ ਮਨੁੱਖ ਦੇ ਪਾਸ ਮੌਜੂਦ ਵੀ ਹੋਵੇ, ਕਾਰਜ ਦੇ ਕਰਨ ਦੀ, ਉਹਨੂੰ ਸਰ ਅੰਜਾਮ ਤੱਕ ਲੈ ਜਾਣ ਦੀ ਅਤੇ ਉਹਦੇ ਵਿੱਚ ਭਰਪੂਰ ਸਫਲਤਾ ਪ੍ਰਾਪਤ ਕਰਨ ਦੀ ਮਨੁੱਖ ਨੂੰ ਭਾਵੇਂ ਬੜੀ ਹੱਦ ਤੱਕ ਸਪਸ਼ਟਤਾ ਹੋਵੇ, ਪਰ ਫਿਰ ਵੀ ਮਨੁੱਖ ਦਾ, ਸੁਹਿਰਦ ਮਨੁੱਖਾਂ ਦਾ, ਸਿਆਣੇ ਮਨੁੱਖਾਂ ਦਾ, ਸਜਗ ਮਨੁੱਖਾਂ ਦਾ ਯਤਨ ਰਹਿੰਦਾ ਹੈ ਕਿ ਭਾਵੇਂ ਮੈਨੂੰ ਆਪਣੇ ਕੀਤੇ ਕਾਰਜ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੈ, ਪਰ ਵੀ ਫਿਰ ਵੀ ਕਿਸੇ ਇਸ ਕਾਰਜ ਨੂੰ ਕਰਨ ਵਾਲੇ ਜਾਂ ਇਸ ਨੂੰ ਕਾਰਜ ਨੂੰ ਕਰ ਚੁੱਕੇ ਕਿਸੇ ਸ਼ਖਸ ਦੀ ਜ਼ਰੂਰ ਸਲਾਹ ਆਦਿਕ ਲੈ ਲਈ ਜਾਵੇ। ਐਸਾ ਅਸੀਂ ਸੰਸਾਰ ਦੇ ਵਿੱਚ ਸਾਰੇ ਕਰਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜੇ ਸੰਸਾਰ ਦੇ ਵਿੱਚ ਸਫਲ ਹੋਣ ਦੇ ਲਈ ਆਪਣੀ ਬੁੱਧੀ ਹੁੰਦਿਆਂ ਵੀ ਦੂਜੇ ਦੀ ਬੁੱਧੀ ਦਾ, ਉਹਦੇ ਖਿਆਲ ਦਾ, ਉਹਦੀ ਸੂਝ ਸਿਆਣਪ ਦਾ ਸਹਾਰਾ ਲਿਆ ਜਾਂਦਾ ਹੈ, ਤਾਂ ਇਸੇ ਪ੍ਰਕਾਰ ਜੇ ਸਾਧ ਸੰਗਤ ਦੇ ਵਿੱਚ ਉੱਨਤੀ ਕਰਨੀ ਹੈ, ਜੇ ਸਤਸੰਗਤ ਰੂਪ ਦੇ ਵਿੱਚ ਅਧਿਆਤਮਿਕ ਵਿਕਾਸ ਕਰਨਾ ਹੈ, ਜੇ ਚਿੱਤ ਸੁਰਤ ਦੀ ਸਾਧਨਾ ਨੂੰ ਬੜਾ ਤੀਖਣ ਕਰਨਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਲਈ ਵੀ ਕਿਸੇ ਉੱਤਮ ਪੁਰਸ਼ਾਂ ਦੇ ਅਨੁਭਵ ਦੀ ਲੋੜ ਹੁੰਦੀ ਹੈ। ਲੋੜ ਕਿਉਂ ਹੁੰਦੀ ਹੈ? ਉਦਾਹਰਨ ਦੇ ਤੌਰ 'ਤੇ ਜਿਸ ਰਸਤੇ 'ਤੇ ਅਸੀਂ ਅਜੇ ਗੁਜ਼ਰੇ ਨਹੀਂ, ਰਸਤੇ ਦਾ ਇਲਮ ਹੈ, ਰਸਤੇ 'ਤੇ ਜਾਣ ਦਾ ਢੰਗ ਵੀ ਪਤਾ ਹੈ, ਪਰ ਉਸ ਰਸਤੇ 'ਤੇ ਚੱਲਦਿਆਂ ਕਿਹੜੇ ਵਿਖਮ ਜਿਹੜੇ ਕਾਰਨ ਨੇ ਸਾਡੇ ਸਾਹਮਣੇ ਆ ਜਾਣਗੇ ਅਤੇ ਉਹਨਾਂ ਵਿਖਮ ਕਾਰਨਾਂ ਤੋਂ ਕਿਵੇਂ ਲੰਘਣਾ ਹੈ, ਇਹਦੀ ਜਿਹੜੀ ਸੋਝੀ ਹੈ ਉਹ ਉਹਨਾਂ ਅਨੁਭਵ ਵਾਲਿਆਂ ਨੂੰ ਮਿਲਦੀ ਹੈ। ਔਰ ਦੂਜੀ ਗੱਲ, ਸੰਸਾਰ ਦੇ ਵਿੱਚ ਜਿਵੇਂ ਆਮ ਇੱਕ ਨਗਰ ਤੋਂ ਦੂਜੇ ਨਗਰ ਸਫ਼ਰ ਕਰਨਾ ਹੋਵੇ ਤਾਂ ਰਸਤਾ ਵੀ ਪਤਾ, ਢੰਗ ਵੀ ਪਤਾ, ਔਰ ਬਹੁਤ ਹੱਦ ਤੱਕ ਇਹ ਵੀ ਪਤਾ ਹੈ ਕਿ ਰਸਤੇ ਵਿੱਚ ਕੋਈ ਵੱਡਾ ਸੰਕਟ ਆਉਣ ਵਾਲਾ ਨਹੀਂ। ਪਰ ਜਦੋਂ ਅਧਿਆਤਮਿਕ ਜਗਤ ਦੀ ਸਾਧਨਾ ਕਰਦੇ ਹਾਂ, ਮਾਰਗ ਸਾਧਨਾ ਇੱਕੋ ਤਰ੍ਹਾਂ ਦੀ ਹੁੰਦੀ ਹੈ, ਇੱਕੋ ਤਰ੍ਹਾਂ ਦਾ ਢੰਗ ਵੀ ਲਗਭਗ ਹੁੰਦਾ ਹੈ, ਪਰ ਜਦੋਂ ਸਾਧਨਾ ਕਰਦਿਆਂ ਸੰਕਟ ਹਰੇਕ ਜੀਵ ਦੇ ਵੱਖੋ ਵੱਖਰੇ ਨੇ। ਹਰੇਕ ਜੀਵ ਦੇ ਲਈ ਸੰਕਟ ਵੱਖੋ ਵੱਖਰੇ ਆਉਣਗੇ। ਕਿਸੇ ਨੇ ਸਤ ਸੰਗਤ ਦੀ ਤਰਫ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਨੇ, ਮਨ ਆਕੀ ਹੋਣਾ ਸ਼ੁਰੂ ਹੋ ਗਿਆ। ਕਿਸੇ ਨੇ ਮਨ ਆਕੀ ਤੋਂ ਪਾਰ ਲਿਆ ਹੈ ਅਤੇ ਹੁਣ ਮਨ ਦੇ ਅੰਦਰ ਸੂਖਮ ਹਉਮੈ ਵਿਆਪਤ ਰਹਿ ਗਈ ਹੈ। ਕਿਸੇ ਨੇ ਇਹਦੇ ਤੋਂ ਪਾਰ ਪਾ ਲਿਆ ਹੈ ਤਾਂ ਅੱਗੇ ਜਾ ਕੇ ਕੋਈ ਹੋਰ ਸਮੱਸਿਆ। ਤਾਂ ਇਸ ਕਰਕੇ ਆਮ ਕਰਕੇ ਕਿਹਾ ਜਾਂਦਾ ਨਾ, ਤੇ ਅਧਿਆਤਮਿਕ ਮਾਰਗ ਦੇ ਢੰਗ ਇੱਕੋ ਜਿਹੇ ਨੇ, ਇਹਦੇ ਚੱਲਣ ਦਾ ਰਸਤਾ ਵੀ ਇੱਕੋ ਜਿਹਾ ਹੈ, ਪਰ ਜਦੋਂ ਇਹਦੇ 'ਤੇ ਮਨੁੱਖ ਚੱਲਦਾ ਉਹਦੇ ਸੰਕਟ ਆਪੋ ਆਪਣੇ ਨੇ ਔਰ ਵੱਖੋ ਵੱਖਰੇ ਨੇ, ਕਿਸੇ ਦੇ ਦੂਜੇ ਨਾਲ ਨਹੀਂ ਰਲਦੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ, ਬਚਨ ਸਾਧ ਸੁਖ ਪੰਥਾ। ਸਾਧੂ ਪੁਰਸ਼ ਦੇ ਬਚਨ ਗੁਰੂ ਸਾਹਿਬ ਜੀ ਕਹਿੰਦੇ ਸੁਖ ਪੰਥਾ, ਅਸਲ ਦੇ ਵਿੱਚ ਆਤਮਿਕ ਸੁੱਖ ਵਪਰਾਉਣ ਦੇ ਲਈ, ਆਤਮ ਸੁੱਖ ਮਨ ਨੂੰ ਮਾਨਣ ਦੇ ਲਈ ਪੰਥ ਦਾ ਕੰਮ ਕਰਦੇ ਹਨ, ਰਸਤੇ ਦਾ ਕੰਮ ਕਰਦੇ ਹਨ। ਬਚਨ ਸਾਧ, ਜਿਹੜਾ ਖੁਦ ਸਾਧਨਾਗਤ ਹੈ, ਜਿਹੜਾ ਖੁਦ ਕਿਸੇ ਸਾਧਨਾ ਦੀ ਪ੍ਰਕਿਰਿਆ ਦੇ ਵਿੱਚ ਪੈ ਕੇ ਆਪਣੇ ਜੀਵਨ ਦੀ ਨਿਰਮਲ
ਤੇ ਗੁਰਮੁਖੀ ਘਾੜਤ ਘੜਨ ਦਾ ਯਤਨ ਕਰ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਸੁਖ ਪੰਥਾ ਅਗਰ ਸਾਧਨਾ ਦੇ ਬਚਨ ਮਨ ਅੰਦਰ ਵਸਾਏ ਜਾਣ ਜਾਂ ਕਿਸੇ ਸਾਧੂ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਥਾਂ ਦਿੱਤੀ ਜਾਵੇ ਤਾਂ ਅਧਿਆਤਮਿਕ ਸਾਧਨਾ ਸੁਖਦ ਬਣਦੀ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇੱਕ ਤਾਂ ਇਹ ਨੁਕਤਾ ਕਿ ਬਚਨ ਸਾਧ ਸੁਖ ਪੰਥਾ ਅਧਿਆਤਮਿਕ ਮਾਰਗ 'ਤੇ ਚੱਲਣਾ ਹੈ, ਅਤੇ ਕਿਸੇ ਸਾਧੂ ਦੇ ਬਚਨ ਜਿਹੜੇ ਅਨੁਭਵ ਭਰੇ ਹਨ, ਜਿਹੜੇ ਸਾਧਨਾ ਭਰੇ ਹਨ, ਜਿਨ੍ਹਾਂ ਦੇ ਅੰਦਰ ਬੰਦਗੀ ਦਾ ਤੱਤ ਸਮਾਇਆ ਹੋਇਆ, ਉਹ ਤੇਰੇ ਜੀਵਨ ਦੀ ਰਹਿਨੁਮਾਈ ਕਰਨਗੇ। ਲਹੰਥਾ ਵੱਡ ਕਰਮਣੇ, ਪਰ ਕਹਿੰਦੇ ਇਹ ਉੱਤਮ ਭਾਗਾਂ ਦੇ ਨਾਲ ਬੜੇ ਸ਼੍ਰੇਸ਼ਟ ਭਾਗ ਹੋਣ ਤਾਂ ਮਹਾਤਮਾ ਦੇ ਸਾਧਕ ਪੁਰਖਾਂ ਦੇ ਜਿਹੜੇ ਬਚਨ ਪ੍ਰਾਪਤ ਹੁੰਦੇ ਨੇ ਅਤੇ ਫਿਰ ਉਹਨਾਂ ਦੇ ਬਚਨ ਅਨੁਸਾਰ ਚੱਲਣ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਹੁਣ ਇਸ ਵਾਕ ਨੂੰ ਥੋੜ੍ਹਾ ਗਹਿਰਾ ਵਾਚਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਕਿਹਾ ਬਚਨ ਸਾਧ। ਜਿਹੜਾ ਸਾਧਨਾਗਤ ਜੀਵ ਹੁੰਦਾ ਹੈ ਨਾ, ਸਾਧਨਾਗਤ ਦਾ ਮਤਲਬ ਹੈ ਕਿ ਜਿਹੜਾ ਬੰਦਗੀ ਦੇ ਸਾਰਿਆਂ ਨੁਕਤਿਆਂ ਨੂੰ ਆਪਣੇ ਜੀਵਨ ਵਿੱਚ ਪੂਰਿਆਂ ਕਰ ਰਿਹਾ। ਅਸੀਂ ਬੰਦਗੀ ਦੇ ਨੇਮ ਨੂੰ ਧਾਰਨ ਕਰਦੇ ਹਾਂ ਪਰ ਅਧੂਰਾ ਜਿਹਾ ਧਾਰਨ ਕਰਦੇ ਹਾਂ। ਜੇ ਸਿਮਰਨ ਦਾ ਪੱਖ ਸਾਡਾ ਮਜ਼ਬੂਤ ਹੋ ਜਾਵੇ ਅਤੇ ਸੇਵਾ ਦੇ ਪੱਖ ਦੇ ਵਿੱਚ ਥੋੜ੍ਹਾ ਯਤਨ ਢਿੱਲਾ ਰਹਿ ਜਾਂਦਾ ਹੈ। ਜੇ ਸੇਵਾ ਦੇ ਪੱਖ ਵਿੱਚ ਹੋ ਜਾਏ ਤਾਂ ਸਿਮਰਨ ਦਾ ਪੱਖ ਥੋੜ੍ਹਾ ਰਹਿ ਜਾਂਦਾ ਹੈ। ਇਸੇ ਪ੍ਰਕਾਰ ਬਚਨ ਸਾਧ। ਹੁਣ ਸਾਧ ਉਹ ਪੁਰਖ ਹੈ ਜਿਹਨੇ ਆਪਣੇ ਜੀਵਨ ਦਾ ਇੱਕ ਮਨੋਰਥ ਜਾਣ ਲਿਆ, ਜਿਹਨੇ ਆਪਣੇ ਜੀਵਨ ਦੀ ਮਹੱਤਤਾ ਨੂੰ ਸਮਝ ਲਿਆ ਹੈ, ਆਪਣੇ ਅੰਤਰ ਹਿਰਦੇ ਦੇ ਵਿੱਚ, ਅੰਤਰ ਆਤਮ ਦੇ ਵਿੱਚ ਇਤਨੀ ਗਹਿਰੀ ਝਾਤ ਮਾਰ ਲਈ ਹੈ ਕਿ ਹੁਣ ਉਹਦਾ ਸੰਸਾਰ ਦੇ ਨਾਲ ਬਾਹਰੀ ਤੌਰ 'ਤੇ ਕੋਈ ਵਾਬਸਤਾ ਨਹੀਂ ਰਿਹਾ। ਉਹਨੇ ਜਾਣ ਲਿਆ। ਸਾਧ ਦਾ ਪਹਿਲਾ ਲੱਛਣ ਇਹ ਹੈ ਜਿਹਨੇ ਜਾਣ ਲਿਆ ਕਿ ਸੰਸਾਰ ਦਾ ਜਿਹੜਾ ਪ੍ਰਚਲਿਤ ਜਾਂ ਵਿਖਿਆ ਭਰਿਆ ਜਾਂ ਮਾਇਆ ਭਰਿਆ ਵਿਵਹਾਰ ਹੈ ਇਹ ਮੇਰੇ ਕਿਸੇ ਕੰਮ ਨਹੀਂ। ਜਿਹੜਾ ਇਸ ਗੱਲ ਨੂੰ ਕੇਵਲ ਜਾਣ ਲੈਂਦਾ ਹੈ, ਸਮਝ ਲਓ ਸਾਧਤਾਈ ਦੇ ਮਾਰਗ 'ਤੇ, ਸਾਧਨਾ ਦੇ ਮਾਰਗ 'ਤੇ ਉਹਦਾ ਪਹਿਲਾ ਕਦਮ ਪੁੱਟਿਆ ਗਿਆ। ਜਿਵੇਂ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਕਿ ਉਂਝ ਸੰਸਾਰ ਆਪਣਾ ਦਿਨਚਰਿਆ ਕਿਵੇਂ ਆਰੰਭ ਕਰਦਾ ਹੈ। ਦਿਨਚਰਿਆ, ਦਿਨ ਉੱਠਿਆ, ਥੋੜ੍ਹਾ ਮੂੰਹ ਆਦਿਕ ਧੋਤਾ, ਕਈ ਤਾਂ ਇੰਨੀ ਹਾਲਤ ਮਾੜੀ ਹੈ ਸ਼ਹਿਰੀ ਜੀਵਨ ਦੀ, ਬੈੱਡ ਟੀ ਲਈ ਜਾਂਦੀ ਹੈ। ਇੰਨਾ ਨਹੀਂ ਕਿ ਘੱਟੋ ਘੱਟ ਜਿਹੜੀ 12-13 ਘੰਟੇ ਸੌਂ ਕੇ ਜਾਂ 10 ਘੰਟੇ ਸੌਂ ਕੇ ਜਾਂ ਇਸ ਤੋਂ ਘੱਟ ਸਮਾਂ ਸੌਂ ਕੇ ਜਿਹੜੀ ਸਰੀਰ ਦੀ ਕਿਰਿਆ ਦੁਬਾਰਾ ਆਲਸ ਵਿੱਚ ਪ੍ਰਵਿਰਤ ਹੋਈ ਉਹਨੂੰ ਸ਼ੁੱਧ ਕਰ ਲਿਆ ਜਾਵੇ, ਇੰਨਾ ਵੀ ਨਹੀਂ ਕੀਤਾ ਜਾਂਦਾ। ਅਤੇ ਆਮ ਕਰਕੇ ਮਨੁੱਖ ਦਿਨਚਰਿਆ ਕਿਵੇਂ ਆਰੰਭ ਕਰਦੇ ਨੇ, ਜਾਂ ਅਖਬਾਰ ਪੜ੍ਹ ਲਈ ਜਾਵੇ, ਮੋਬਾਈਲ ਦੇ ਉੱਪਰ ਨਿਊਜ਼ ਫੀਡ ਖੋਲ੍ਹ ਕੇ ਦਵਾ ਦਵਾ ਆਪਣੇ ਦਿਮਾਗ ਨੂੰ ਸੂਚਨਾ ਦੇ ਨਾਲ ਭਰ ਲਿਆ ਜਾਵੇ, ਜਾਂ ਦਵਾ ਦਵ ਜੇ ਇਹ ਕੁਝ ਨਹੀਂ ਕਰਨਾ ਤਾਂ ਘਰੋਂ ਬਾਹਰ ਨਿਕਲ ਕੇ 5-7 ਮਹਿਫਲ ਜੋੜ ਕੇ 20-25 ਮਿੰਟ ਸੈਰ ਕਰਕੇ ਬਾਅਦ ਚਾਹ ਦੀਆਂ ਚੁਸਕੀਆਂ ਲੈਂਦਿਆਂ ਗੱਪਾਂ ਮਾਰੀਆਂ ਜਾਣ। ਆਮ ਕਰਕੇ ਐਂ ਹੀ ਜੀਵਨ ਦੀ ਕਿਰਿਆ ਸ਼ੁਰੂ ਹੁੰਦੀ ਹੈ। ਮੈਂ ਤਾਂ ਇਸ ਤਰ੍ਹਾਂ ਦੇਖੀ ਹੈ, ਹੋ ਸਕਦਾ ਤੁਹਾਡਾ ਅਨੁਭਵ ਕਿਸੇ ਹੋਰ ਤਰ੍ਹਾਂ ਦਾ ਹੋਵੇ। ਤਾਂ ਦਿਨਚਰਿਆ ਐਂ ਆਰੰਭ ਕੀਤੀ ਜਾਂਦੀ। ਜਿਹੜੇ ਐਂ ਆਰੰਭ ਕਰ ਰਹੇ ਨੇ ਇਹ ਸੰਸਾਰਕ ਤਲ 'ਤੇ ਜਿਉਂ ਰਹੇ ਨੇ। ਸੰਸਾਰੀ ਬੰਦੇ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਦਵਾ ਦਵ ਸੰਸਾਰ ਦੀ ਖਬਰ ਚਾਹੀਦੀ ਹੈ, ਕੀ ਵਾਪਰ ਗਿਆ ਅਤੇ ਕੀ ਵਾਪਰਨ ਵਾਲਾ ਹੈ। ਬਾਹਰ ਦੀ ਖਬਰ ਚਾਹੀਦੀ ਹੈ ਸੰਸਾਰੀ ਨੂੰ। ਸਤਸੰਗੀ ਨੂੰ, ਸਾਧ ਨੂੰ ਅੰਦਰ ਦੇ ਖਬਰ ਦੀ ਚਾਹੀਦੀ। ਇਸ ਕਰਕੇ ਅੰਮ੍ਰਿਤ ਵੇਲੇ ਮੌਨ ਵਿੱਚ ਬੈਠਦਾ ਹੈ। ਉਹ ਗੁਰੂ ਸ਼ਬਦ ਦੇ ਨੇੜੇ ਹੋ ਕੇ ਬੈਠਦਾ ਹੈ ਕਿ ਜਦੋਂ ਗੁਰੂ ਸ਼ਬਦ ਦੇ ਨੇੜੇ ਬੈਠਾਂਗਾ, ਸ਼ਬਦ ਦੀ ਗੁੰਜਾਰ ਨੂੰ ਆਪਣੀ ਦੇਹ ਅੰਦਰ ਪ੍ਰਵਾਹਿਤ ਕਰਨਾ ਚਾਹਾਂਗਾ ਰਸਨਾ ਦੇ ਨਾਲ, ਤਾਂ ਜਦੋਂ ਸ਼ਬਦ ਦੀ ਧੁਨ ਨੂੰ ਉਚਾਰਨ ਕਰਾਂਗਾ ਤਾਂ ਫਿਰ ਪਤਾ ਲੱਗੇਗਾ ਕਿ ਸ਼ਬਦ ਦੀ ਧੁਨ ਨੂੰ ਉਚਾਰਨ ਕਰਨ ਲੱਗਿਆਂ ਕਿਹੜੇ ਕਾਰਨ ਨੇ ਜਿਹੜੇ ਮੁਸ਼ਕਲ ਪੈਦਾ ਕਰਦੇ ਨੇ। ਇਸ ਕਰਕੇ ਸੰਸਾਰੀ ਅਤੇ ਅਧਿਆਤਮਿਕ ਪੁਰਖ ਇਹਨਾਂ ਦਾ ਫਰਕ ਹੁੰਦਾ ਹੈ। ਮੈਂ ਦੇਖਦਾ ਬੜਾ ਕੁਝ ਆਲੇ ਦੁਆਲੇ 'ਚੋਂ ਦੇਖੀਦਾ, ਉਹਦਾ ਕਈ ਤਰ੍ਹਾਂ ਦੇ ਅਨੁਭਵ ਬਣਦੇ ਨੇ, ਬਹੁਤੀ ਵਾਰੀ ਬਿਆਨ ਦਾ ਉਹਨੂੰ ਹਿੱਸਾ ਨਹੀਂ ਬਣਾਈਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ। ਇੱਕ ਉਹ ਹੈ ਜਿਹੜਾ ਜੇ ਸੰਸਾਰਕ ਤਲ 'ਤੇ ਹੈ ਉਸ ਨੂੰ ਅੰਜਾਮ ਦੇ ਰਿਹਾ ਹੈ। ਇੱਕ ਉਹ ਹੈ ਜਿਹੜਾ ਸੱਤ ਦੇ ਵਿਚਾਰ ਦੇ ਤਲ 'ਤੇ ਜਾਗ ਚੁੱਕਾ ਹੈ, ਉਹਦੇ ਕਰਮ ਬਦਲਣੇ ਸ਼ੁਰੂ ਹੋ ਗਏ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ। ਫਿਰ ਜਿਹੜਾ ਸਾਧਨਾ ਕਰਦਾ ਪੁਰਖ ਹੈ, ਬੜੇ ਚਿਰਾਂ ਬਾਅਦ ਕਿਸੇ ਨੂੰ ਜਾ ਕੇ ਕੋਈ ਬਚਨ ਕਹਿੰਦਾ। ਉੱਤਮ ਸਾਧਾਂ ਦੀ ਇਹ ਵੀ ਨਿਸ਼ਾਨੀ ਹੈ ਕਿ ਉਹ ਹਰ ਵੇਲੇ ਚਰਚਾ ਦੇ ਵਿੱਚ ਨਹੀਂ ਪਏ ਰਹਿੰਦੇ। ਜਿਵੇਂ ਮੈਂ ਕਈ ਐਸੇ ਬਹੁਤ ਬੰਦਗੀ ਵਾਲੇ ਪੁਰਖ ਦੇਖੇ ਨੇ, ਕਦੇ ਕਦੇ ਕਿਸੇ ਨਾਲ ਬਚਨ ਦੀ ਸਾਂਝ ਕਰਦੇ ਨੇ, ਕਿਸੇ ਨਾਲ ਵਾਰਤਾਲਾਪ ਕਰਦੇ ਨੇ, ਨਹੀਂ ਤਾਂ ਆਮ ਕਰਕੇ ਕਹਿਣਗੇ ਬਾਣੀ ਦਾ ਆਹਾਰ ਰੱਖੋ, ਕੀਰਤਨ ਦਾ ਰਸ ਪੁੰਚਦੇ ਰਹੋ। ਇੰਨਾ ਕੀ ਕਰਨਗੇ। ਹੁਣ ਬਚਨ ਸਾਧ। ਹੁਣ ਉਦਾਹਰਨ ਦੇ ਤੌਰ 'ਤੇ ਗੁਰੂ ਸਾਹਿਬ ਜੀ ਨੇ ਬਚਨ ਸਾਧ ਵੀ ਕਿਉਂ ਕਿਹਾ?
ਉਹ ਸਾਧ ਜਿਹੜਾ ਪਹਿਲਾਂ ਆਪ ਸਾਧਨਾ ਦੇ ਵਿੱਚ ਉਤਰ ਚੁੱਕਾ ਹੈ, ਜਿਨਨੇ ਆਪ ਅੰਮ੍ਰਿਤ ਵੇਲੇ ਦਾ ਕੋਈ ਨੇਮ ਨਹੀਂ ਕਮਾਇਆ, ਜਿਹਨੂੰ ਅੰਤਰ ਹਿਰਦੇ ਦੀ ਕੋਈ ਸਾਧਨਾ ਦਾ ਨਹੀਂ ਪਤਾ, ਜਿਹਨੂੰ ਨਹੀਂ ਪਤਾ ਕਿ ਮਨ ਕਿੰਨੀਆਂ ਦਿਸ਼ਾਵਾਂ ਵਿੱਚ ਭਟਕਦਾ ਅਤੇ ਇਹਨੂੰ ਵਸ ਕਰਨ ਦਾ ਕੀ ਢੰਗ ਹੈ, ਜਿਹੜਾ ਇੰਨਾ ਕੁਝ ਨਹੀਂ ਜਾਣਦਾ ਉਸ ਨੂੰ ਸਾਧ ਨਹੀਂ ਕਿਹਾ ਜਾਂਦਾ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ, ਉਸ ਉੱਤਮ ਸਾਧ ਦਾ ਬਚਨ। ਸੁਖਮਨੀ ਸਾਹਿਬ ਦੀ ਬਾਣੀ ਆਪ ਜੀ ਸਾਰੇ ਪੜ੍ਹਦੇ ਹੋ, ਉਹਦੇ ਵਿੱਚ ਅਸ਼ਟਮ ਸ਼ਲੋਕ ਵਿੱਚ ਆਉਂਦਾ ਹੈ ਸਾਧ ਜਨਾ ਕੀ ਅਚਰਜ ਕਥਾ। ਬੜਾ ਗੋਹਜ ਅਰਥ ਹੈ ਉਹਦਾ ਕਿ ਜਦੋਂ ਸਾਧ ਦਾ ਭਾਵ ਹੈ ਕਿ ਜਦੋਂ ਉਹ ਖੁਦ ਅਨੁਭਵ ਨੂੰ ਕਮਾ ਲੈਂਦਾ ਹੈ ਫਿਰ ਉਹਨੂੰ ਬਚਨ ਰੂਪ ਦੇ ਵਿੱਚ ਦੂਜੇ ਦੇ ਸਨਮੁਖ ਰੱਖਦਾ। ਕਹਿੰਦੇ ਕੋਈ ਇਸਤਰੀ ਆਪਣੇ ਬੱਚੇ ਨੂੰ ਕਿਸੇ ਮਹਾਤਮਾ ਦੇ ਕੋਲ ਲੈ ਗਈ ਤਾਂ ਕਹਿਣ ਲੱਗੀ ਕਿ ਜੀ ਇਹ ਮਿੱਠਾ ਬਹੁਤ ਖਾਂਦਾ, ਇਹਨੂੰ ਕਹਿ ਦਿਓ ਮਿੱਠਾ ਨਾ ਖਾਇਆ ਕਰੇ, ਇਹਦੇ ਸਰੀਰ ਲਈ ਘਾਤਕ ਹੋਏਗਾ। ਉਹ ਪੂਰਨ ਪੁਰਖ ਕਹਿਣ ਲੱਗਾ ਕਿ ਕੁਝ ਦਿਨ ਬਾਅਦ ਲੈ ਕੇ ਆਉਣਾ। ਕੁਝ ਦਿਨ ਬਾਅਦ ਲੈ ਕੇ ਗਈ ਇਸਤਰੀ ਤਾਂ ਉਹਨੂੰ ਸਹਿਜੇ ਦੇ ਕਹਿਣ ਲੱਗਾ ਕਿ ਮਿੱਠਾ ਨਾ ਖਾਇਆ ਕਰ, ਜ਼ਿਆਦਾ ਮਿੱਠਾ ਸਿਹਤ ਲਈ ਲਾਭਦਾਇਕ ਨਹੀਂ ਹੁੰਦਾ। ਉਹ ਇਸਤਰੀ ਬੜੀ ਹੈਰਾਨ, ਕਹਿੰਦੀ ਹਫ਼ਤਾ ਪਹਿਲਾਂ ਆਏ ਸਾਂ ਇਹੀ ਗੱਲ ਕਹੀ ਸੀ ਤੁਸੀਂ, ਉਸ ਵਕਤ ਕਿਹਾ ਨਹੀਂ, ਅੱਜ ਉਹੀ ਗੱਲ ਹਫ਼ਤੇ ਬਾਅਦ ਕਹਿ ਰਹੇ ਹੋ। ਉਹ ਉੱਤਮ ਪੁਰਖ ਕਹਿਣ ਲੱਗਾ ਕਿ ਪਹਿਲਾਂ ਮੈਂ ਵਾਕ ਕਹਿ ਸਕਦਾ ਸਾਂ, ਮੈਨੂੰ ਵਾਕ ਦਾ ਗਿਆਨ ਸੀ, ਪਰ ਉਸ ਵਾਕ ਦੀ ਸਾਧਨਾ ਦਾ ਅਨੁਭਵ ਕੀ ਸੀ ਇਹ ਮੇਰੇ ਪਾਸ ਨਹੀਂ ਸੀ। ਭਾਵ ਕਿ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਕਿ ਮੈਨੂੰ ਮਾਂ ਸ਼ਬਦ ਪਤਾ ਹੈ, ਮਾਂ ਦੀ ਮਮਤਾ ਬਾਰੇ ਬੜਾ ਪਤਾ ਹੈ, ਪਰ ਮਾਂ ਜਿਸ ਪ੍ਰਸੂਤ ਦੀ ਪੀੜਾ ਵਿੱਚੋਂ ਗੁਜ਼ਰਦੀ ਉਹਦਾ ਅਨੁਭਵ ਨਹੀਂ ਹੈ। ਇਸ ਕਰਕੇ ਉਹ ਮਹਾਤਮਾ ਕਹਿਣ ਲੱਗਾ ਮੈਂ ਮਿੱਠੇ ਬਾਰੇ ਕਹਿ ਤਾਂ ਸਕਦਾ ਸਾਂ, ਪਰ ਉਸ ਮਿੱਠੇ ਦਾ ਅਜੇ ਮੇਰੇ ਆਪਣੇ ਜੀਵਨ 'ਚ ਅਮਲ ਨਹੀਂ ਸੀ ਪੈਦਾ ਹੋਇਆ। ਇਸ ਕਰਕੇ ਕਹਿੰਦਾ ਮੈਂ 10 ਦਿਨ ਖੁਦ ਅਮਲ ਕੀਤਾ ਹੈ, ਖੁਦ ਮਿੱਠੇ ਨੂੰ ਸੰਜਮ ਵਿੱਚ ਲਿਆਂਦਾ, ਉਹਦੇ ਤੋਂ ਦੂਰੀ ਬਣਾਈ ਹੈ, ਉਹਦੇ ਉੱਪਰ ਇੱਕ ਜ਼ਬਤ ਕਾਬੂ ਪਾਇਆ ਅਤੇ ਹੁਣ ਮੇਰੇ ਬਚਨਾਂ ਦੇ ਵਿੱਚ ਕੁਝ ਤਾਕਤ ਆ ਜਾਏਗੀ ਅਤੇ ਮੇਰੇ ਕਹੇ ਹੋਏ ਬਚਨ ਅਰਥ ਰੱਖਣਗੇ। ਇਸ ਕਰਕੇ ਮੈਂ ਹੁਣ ਬਚਨ ਕਹੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ। ਜਦੋਂ ਸਾਧ ਦਾ ਬਚਨ ਗੁਰਬਾਣੀ 'ਚ ਵਾਕ ਆਉਂਦਾ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਹੁਣ ਬਚਨ ਬਹੁਤ ਵੱਡੀ ਗੱਲ, ਹੁਣ ਇਹ ਵੀ ਜਗਿਆਸਾ ਨਹੀਂ ਰਹੀ। ਪਹਿਲਾਂ ਮੈਂ ਦੇਖਿਆ ਜਿਤਨਾ ਕੁ ਆਪਣੇ ਜੀਵਨ ਦਾ ਮਾਹੌਲ, ਤਾਂ ਜਦੋਂ ਕਿਸੇ ਮਹਾਤਮਾ ਪਾਸ ਲੋਕ ਜਾਂਦੇ ਸਨ ਤਾਂ ਕੋਈ ਸੰਸਾਰਕ ਮੰਗਾਂ ਦਾ ਜ਼ਿਕਰ ਨਹੀਂ ਕਰਦੇ ਸਨ, ਉਹ ਅਕਸਰ ਜ਼ਿਕਰ ਕਰਦੇ ਸਨ ਕਿ ਸਾਨੂੰ ਕੋਈ ਕਿਸੇ ਬਚਨ ਦੀ ਬਖਸ਼ਿਸ਼ ਕਰੋ। ਤਾਂ ਫਿਰ ਜਿਹੜੇ ਪੂਰਨ ਹੁੰਦੇ ਸਨ ਉਹ ਬਾਣੀ ਦੇ ਉਪਦੇਸ਼ ਦੁਆਰਾ ਉਹਨਾਂ ਨੂੰ ਜਾਗਰਤ ਕਰ ਦਿੰਦੇ ਸਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ। ਹੁਣ ਸਾਧ ਦਾ ਬਚਨ ਸੁਖ ਪੰਥਾ, ਸੁਖ ਦਾ ਆਤਮਿਕ ਸੁਖ ਦਾ ਮਾਰਗ ਕਿਵੇਂ ਬਣਦਾ ਹੈ, ਇਹ ਵੀ ਨੁਕਤਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਕਿਸੇ ਇਨਸਾਨ ਦੇ ਅੰਦਰ ਜਗਿਆਸਾ ਜਾਗੀ, ਕਹਿੰਦਾ ਮੈਂ ਸਾਧ ਹੋਣਾ ਹੈ, ਸਾਧਨਾ ਦੇ ਢੰਗ ਸਿੱਖਣੇ ਨੇ, ਸਾਧਨਾ ਦੇ ਮਾਰਗ 'ਤੇ ਆਪਣਾ ਯਤਨ ਸਸ਼ਕਤ ਕਰਨਾ ਹੈ, ਕੋਈ ਤਰੀਕਾ ਦੱਸਿਆ ਜਾਵੇ। ਉਹਨੂੰ ਕਿਸੇ ਨਾ ਕਿਸੇ ਪੂਰਨ ਪੁਰਖ ਕੋਲੋਂ ਭੇਜ ਦਿੱਤਾ। ਉੱਥੇ ਜਾ ਕੇ ਉਹ ਚਲਾ ਗਿਆ, ਮਹਾਤਮਾ ਦੇ ਕੋਲ ਜਾ ਕੇ ਬੈਠਾ, ਕਹਿੰਦਾ ਕਿ ਮੈਂ ਸਾਧਨਾ ਦੇ ਢੰਗ ਤੁਹਾਡੇ ਕੋਲ ਸਿੱਖਣ ਆਇਆ, ਮੈਨੂੰ ਕੁਝ ਦੱਸਿਆ ਜਾਵੇ। ਉਹ ਮਹਾਤਮਾ ਚੁੱਪ ਰਿਹਾ, ਕਹਿਣ ਲੱਗਾ ਉਹਨੇ ਸਿਰਫ 2 ਵਾਕ ਕਹੇ, ਕਹਿੰਦਾ ਦੇਖਦਾ ਜਾ। ਸਿਰਫ 2 ਵਾਕ, 2 ਸ਼ਬਦ ਕਹੇ, ਵਾਕ ਤਾਂ ਬਹੁਤ ਵੱਡੀ ਗੱਲ, ਕਹਿੰਦਾ ਦੇਖਦਾ ਜਾ। ਤਾਂ ਉਹ ਜਿਹੜਾ ਜਾਣਨ ਗਿਆ ਸੀ ਸਾਧਨਾ ਦੇ ਸੂਤਰ, ਉਹਦੇ ਲਈ ਸਮੱਸਿਆ ਪੈਦਾ ਹੋ ਗਈ ਕਿ ਇਹਨੇ ਕਿਹਾ ਦੇਖਦਾ ਜਾ, ਹੁਣ ਦੇਖਾਂ ਕੀ। ਚਲੋ ਜੀ, ਉਹਦੇ ਕੁਟੀਆ ਦੇ ਵਿੱਚ ਰਾਤ ਰਿਹਾ। ਜਦ ਦੇਖਿਆ ਕਿ ਮਹਾਤਮਾ ਆਰਾਮ ਦੇ ਨਾਲ ਸੁੱਤਾ, ਦੇਖਿਆ ਕਿ ਦਿਨ ਚੜ੍ਹੇ, ਜਦ ਤਾਰੇ ਅਜੇ ਟਿਮਟਮਾਉਣ ਲੱਗੇ ਨੇ, ਛੁਪਣਾ ਸ਼ੁਰੂ ਹੋਏ ਨੇ, ਮਹਾਤਮਾ ਉੱਠਿਆ, ਇਸ਼ਨਾਨ ਆਦਿਕ ਦੀ ਕਿਰਿਆ ਨੂੰ ਸੋਧਿਆ ਅਤੇ ਆਪਣੇ ਸਮਾਧੀ ਅਭਿਆਸ ਦੇ ਵਿੱਚ, ਬੰਦਗੀ ਅਭਿਆਸ ਦੇ ਵਿੱਚ ਜੁੜ ਗਿਆ। ਦਿਨ ਚਰਿਆ ਆਰੰਭ ਹੋਈ। ਜਦੋਂ ਦਿਨ ਚੜ੍ਹਿਆ, ਸਮਾਧੀ ਤੋਂ ਆਰਾਮ ਨਾਲ ਉੱਠਿਆ, ਆਪਣੇ ਕੁਟੀਆ ਦੇ ਨੇੜੇ ਸਾਰੀ ਸਫਾਈ ਆਦਿਕ ਕੀਤੀ। ਸਫਾਈ ਕਰਦਿਆਂ ਆਪਣੀ ਜ਼ੁਬਾਨ 'ਤੇ ਪਰਮੇਸ਼ਰ ਦੀ ਧੁਨ ਰੱਖੀ। ਫਿਰ ਆਪਣੇ ਸਾਰੇ ਰਿਜਕ ਆਦਿਕ ਦਾ ਆਹਾਰ ਕਰਕੇ ਫਿਰ ਸਾਧਨਾ ਵਿੱਚ ਜੁੜ ਗਿਆ। ਫਿਰ ਕਿਰਤ ਕਰਦਾ ਸੀ, ਆਪਣੀ ਕੁਲਹਾੜੀ ਆਦਿਕ ਲੈ ਕੇ ਜੰਗਲ ਵਿੱਚ ਚਲਾ ਗਿਆ। ਉੱਥੇ ਲੱਕੜਾਂ ਆਦਿਕ ਕੱਟ ਕੇ ਸ਼ਹਿਰ ਵਿੱਚ ਵੇਚ ਕੇ ਥੋੜ੍ਹੀ ਜਿਹੀ ਜਿਤਨੀ ਧਨ ਆਇਆ ਉਹਦੇ ਨਾਲ ਭੋਜਨ ਆਦਿਕ ਤਿਆਰ ਕਰਕੇ, ਜਿਹੜੇ ਥੋੜ੍ਹੇ ਬਹੁਤੇ ਮੁਸਾਫਰ ਕੁਟੀਆ ਨੇੜਿਓਂ ਲੰਘਦੇ ਸਨ ਉਹਨਾਂ ਦੇ ਲਈ ਭੋਜਨ ਦਾ ਪ੍ਰਬੰਧ ਕਰਕੇ ਸ਼ਾਮ ਨੂੰ ਫਿਰ ਸਾਧਨਾ ਕੀਤੀ, ਫਿਰ ਸੌਂ ਗਿਆ। ਕਾਫੀ ਦਿਨ ਇੰਝ ਬਤੀਤ ਹੋ ਗਏ। ਉਹ ਜਗਿਆਸੂ ਕਾਹਲਾ ਪੈ ਗਿਆ,
ਕਹਿਣ ਲੱਗਾ ਚੰਗਾ ਤੁਹਾਡੇ ਪਾਸ ਆਇਆ 10-15 ਦਿਨ ਹੋ ਗਏ ਨੇ, ਸਿਰਫ 2 ਸ਼ਬਦ ਤੁਸੀਂ ਮੈਨੂੰ ਕਹੇ ਨੇ ਦੇਖਦਾ ਜਾ, ਦੱਸਿਆ ਕੁਝ ਨਹੀਂ ਹੈ, ਪੁੱਛਣ ਮੈਂ ਤੁਹਾਡੇ ਕੋਲੋਂ ਇੰਨਾ ਕੁਝ ਆਇਆ ਹਾਂ। ਤਾਂ ਉਹਨੇ ਇਸ ਤੋਂ ਅਗਲਾ ਵਾਕ ਆਖਿਆ, ਉਹ ਬੜਾ ਅਰਥਪੂਰ ਹੈ। ਕਹਿੰਦਾ ਬੰਦਗੀ ਦੇਖਣ ਦੇ ਨਾਲ ਹੀ ਆਉਂਦੀ ਹੈ। ਜੇ ਸਾਧਨਾ ਸਿੱਖਣੀ ਹੈ ਤਾਂ ਜਿਹੜਾ ਸਾਧਨਾ ਕਰ ਰਿਹਾ ਉਹਨੂੰ ਦੇਖ। ਜੇ ਉਹ ਤੈਨੂੰ ਸਮਝਾਉਣ ਦੇ ਚੱਕਰ 'ਚ ਪੈ ਗਿਆ ਤਾਂ ਇਹਦਾ ਮਤਲਬ ਖੁਦ ਵੀ ਅਜੇ ਅਨੁਭਵ ਦੇ ਵਿੱਚ ਨਹੀਂ ਹੈ। ਤੂੰ ਦੇਖ ਮੇਰੇ ਜੀਵਨ ਪ੍ਰਕਿਰਤੀ ਦੇ ਨਾਲ ਕਿੰਨਾ ਇਕਸੁਰ ਹੈ। ਮੈਂ ਕਿਸੇ ਅਲਾਰਮ ਦੀ ਖੋਜ ਦੇ ਵਿੱਚ ਨਹੀਂ, ਕਿਸੇ ਪੰਛੀ ਦੀ ਚਹਿਚਹਾਟ ਦੇ ਵਿੱਚ ਨਹੀਂ ਰਿਹਾ। ਮੇਰੀ ਦੇਹ ਇੰਨੀ ਪ੍ਰਕਿਰਤੀ ਦੇ ਨਾਲ ਇਕਸੁਰ ਹੈ ਕਿ ਜਦੋਂ ਅੰਮ੍ਰਿਤ ਵੇਲੇ ਸ਼ੀਤਲਤਾ ਵਾਤਾਵਰਨ ਦੇ ਵਿੱਚ ਉਤਰਨੀ ਸ਼ੁਰੂ ਹੋਈ, ਮੇਰੀ ਦੇਹ ਨੂੰ ਬੋਧ ਹੋ ਗਿਆ ਕਿ ਹੁਣ ਅੰਮ੍ਰਿਤ ਵੇਲੇ ਦਾ ਪੈਰ ਉਦੈ ਹੋ ਗਿਆ, ਉੱਠ ਜਾਵਾਂ। ਹੁਣ ਸਾਡੀ ਅੰਮ੍ਰਿਤ ਵੇਲੇ ਦੀ ਇੰਨੀ ਤੀਖਣਤਾ ਥੋੜ੍ਹੀ ਹੈਗੀ ਹੈ ਕਿ ਸਾਨੂੰ ਪਤਾ ਲੱਗ ਜੇ। ਬਹੁਤ ਘੱਟ ਗੁਰਸਿੱਖ ਮਹਿਸੂਸ ਕਰਦੇ ਹੋਣਗੇ ਕਿ 12 ਵਜੇ ਤੋਂ ਬਾਅਦ 1 ਤੋਂ ਲੈ ਕੇ 2 ਵਜੇ ਤੱਕ ਦੇ ਟਾਈਮ ਦੇ ਵਿੱਚ, ਭਾਵੇਂ ਹਾੜ ਦਾ ਮਹੀਨਾ ਕਿਉਂ ਨਾ ਹੋਵੇ, ਜਿਹੜਾ ਵਾਜੂ ਮੰਡਲ ਹੈ ਇਹਦੇ ਵਿੱਚ ਸ਼ੀਤਲਤਾ ਉਤਰਨੀ ਸ਼ੁਰੂ ਹੋ ਜਾਂਦੀ। ਸ਼ੀਤਲ ਦਾ ਮਤਲਬ ਥੋੜ੍ਹੀ ਠੰਡਕ ਦਾ ਅਹਿਸਾਸ ਉਗਮਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇੰਨਾ ਆਪਣੀ ਪ੍ਰਕਿਰਤੀ ਨੂੰ ਇਕਸੁਰ ਕਰ ਲੈਣਾ। ਹੁਣ ਜਿਹਨੇ ਕੀਤਾ ਹੀ ਕਮਰੇ ਦੇ ਵਿੱਚ ਕਲੋਜ਼ ਕੀਤਾ ਹੋਇਆ ਆਪਣੇ ਆਪ ਨੂੰ, ਉਹ ਅੰਮ੍ਰਿਤ ਵੇਲੇ ਦੇ ਪ੍ਰਕਿਰਤਕ ਅਹਿਸਾਸ 'ਚ ਕਿੱਥੇ ਉਤਰੇਗਾ। ਫਿਰ ਮਹਾਤਮਾ ਕਹਿਣ ਲੱਗਾ ਕਿ ਉਸ ਤੋਂ ਬਾਅਦ ਮੈਂ ਆਪਣੇ ਇਸ਼ਨਾਨ ਦੀ ਕਿਰਿਆ ਸਾਧ ਕੇ ਆਪਣੀ ਸਮਾਧੀ ਦੇ ਅਨੁਭਵ ਵਿੱਚ ਜੁੜ ਜਾਂਦਾ। ਭਾਵ ਕਿ ਮੇਰਾ ਜੀਵਨ ਕਿੱਥੇ ਖੜੋਤਾ ਹੈ ਇਹਦੀ ਤਲਾਸ਼ ਦੇ ਲਈ ਮੈਂ ਆਪਣੇ ਅੰਦਰ ਉਤਰਦਾ ਹਾਂ। ਤੂੰ ਆਪਣੀ ਤਲਾਸ਼ ਨੂੰ ਨਹੀਂ ਕਰਦਾ, ਤੂੰ ਉਹਦੇ ਵੱਲ ਜਾਂਦਾ ਹੀ ਨਹੀਂ, ਤੇਰਾ ਯਤਨ ਬਾਰੀ ਹੈ। ਫਿਰ ਮੈਂ ਆਪਣੀ ਕਿਰਤ ਨੂੰ ਅੰਜਾਮ ਦਿੱਤਾ ਅਤੇ ਕਿਰਤ ਕਰਦਿਆਂ ਹਰ ਵੇਲੇ ਮੇਰੀ ਜ਼ੁਬਾਨ 'ਤੇ ਪਰਮੇਸ਼ਰ ਦਾ ਨਾਮ ਰਹਿੰਦਾ। ਫਿਰ ਮੈਂ ਦਇਆ ਧਰਮ ਦੇ ਅਰਥ ਨੂੰ ਕਮਾਉਂਦਿਆਂ ਲੰਗਰ ਦੀ ਰੀਤ ਚਲਾਉਣਾ। ਇਹ ਸਾਰਾ ਅੰਜਾਮ ਸਾਧਨਾ ਭਰਿਆ ਹੈ। ਜੇ ਤੈਨੂੰ ਦੇਖ ਕੇ ਕੁਝ ਨਹੀਂ ਸਮਝ ਆਇਆ ਤਾਂ ਸਮਝਾਇਆ ਵੀ ਕੁਝ ਨਹੀਂ ਸਮਝ ਆਉਣਾ। ਇਸ ਕਰਕੇ ਕਹਿੰਦਾ ਮੇਰੇ ਉਹਨਾਂ ਦੋਨਾਂ ਬੋਲਾਂ ਦੇ ਵਿੱਚ ਹੀ ਸਾਰਾ ਕੁਝ ਸਮਾਇਆ ਹੋਇਆ ਸੀ ਜਿਹੜਾ ਮੈਂ ਤੈਨੂੰ ਕਿਹਾ ਸੀ ਦੇਖਦਾ ਜਾ। ਕਿਉਂਕਿ ਮੈਂ ਖੁਦ ਉਸ ਦੇ ਅਮਲ ਵਿੱਚ ਪਿਆ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ। ਹੁਣ ਗੱਲ ਕੀ ਹੈ ਕਿ ਅਸੀਂ ਬੜੇ ਵੱਡੇ ਗੁਰਸਿੱਖਾਂ ਦੇ ਜੀਵਨ ਕਈ ਵਾਰੀ ਪੜ੍ਹਦੇ ਹਾਂ। ਭਾਈ ਵੀਰ ਸਿੰਘ ਜੀ ਦੀ ਇੱਕ ਪੁਸਤਕ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗਲੀਆਂ ਕਿਤਾਬ ਦਾ ਜ਼ਿਕਰ ਹੈ ਉਹਦਾ ਨਾਮ। ਤਾਂ ਉਹਦੇ ਵਿੱਚ ਜਿਹੜੇ ਵੱਡੇ ਗੁਰਸਿੱਖਾਂ ਦੇ ਅਨੁਭਵ ਨੇ, ਬੰਦਗੀ ਰੂਪ, ਸੇਵਾ ਰੂਪ, ਜੋ ਵੀ ਉਹਨਾਂ ਦੇ ਅਨੁਭਵ ਨੇ ਉਹ ਉਹਨਾਂ ਨੇ ਉਹਦੇ ਵਿੱਚ ਅੰਕਿਤ ਕੀਤੇ ਹੋਏ ਨੇ। ਤਾਂ ਉਹ ਅਨੁਭਵ ਪੜ੍ਹ ਲੈਣੇ, ਸਮਝ ਲੈਣੇ, ਉਹਨਾਂ ਦਾ ਰਸ ਮਾਣ ਲੈਣਾ ਆਪਣੇ ਆਪ ਦੇ ਵਿੱਚ ਚੰਗੀ ਗੱਲ ਹੈ। ਜਦੋਂ ਵੀ ਕਿਸੇ, ਹੁਣ ਇਸ ਕਰਕੇ ਸੰਸਾਰ ਦੇ ਵਿੱਚ ਨਾ ਇੱਕ ਵਾਕ ਕਿਹਾ ਜਾਂਦਾ, ਜਦੋਂ ਉਚਾਈ 'ਤੇ ਜਾਣਾ ਹੈ ਤਾਂ ਜਿਹੜੇ ਉਚਾਈ 'ਤੇ ਜਾ ਰਹੇ ਨੇ ਜਾਂ ਜਿਹੜੇ ਉਚਾਈ 'ਤੇ ਜਾ ਚੁੱਕੇ ਨੇ ਉਹਨਾਂ ਦੇ ਜੀਵਨ ਸ਼ੈਲੀ ਨੂੰ ਅਪਣਾਓ। ਇਸੇ ਪ੍ਰਕਾਰ ਜਿਹੜਾ ਸਾਧਨਾ ਕਰਦਿਆਂ ਨਿਰਮਲ ਹੋ ਚੁੱਕਾ ਉਹਦੇ ਜੀਵਨ ਨੂੰ ਦੇਖ ਕੇ ਉਹਦੇ ਵਰਗੀ ਸਾਧਨਾ ਦਾ ਢੰਗ ਅਪਣਾਓ। ਤਾਂ ਹੁਣ ਬਚਨ ਸਾਧ ਸੁਖ ਪੰਥਾ ਕਿਵੇਂ ਹੁੰਦਾ? ਸਭ ਤੋਂ ਪਹਿਲਾਂ ਸਾਧ ਦੀ ਦ੍ਰਿਸ਼ਟੀ ਕੀ ਹੁੰਦੀ ਹੈ, ਉਹਦੇ ਲੱਖਣ ਕੀ ਹੁੰਦੇ ਨੇ, ਇਹ ਵੀ ਇੱਕ ਵਿਸ਼ਾ ਬਣਦਾ। ਸਭ ਤੋਂ ਪਹਿਲਾਂ ਉਹਦੀ ਦ੍ਰਿਸ਼ਟੀ ਇੱਕੋ ਸੂਤਰ ਦੇ ਵਿੱਚ ਪਰੋਈ ਜਾਂਦੀ ਹੈ। ਸਾਨੂੰ ਸੰਸਾਰ ਦਵੰਦ ਵਿੱਚ ਨਜ਼ਰ ਆਉਂਦਾ। ਦਵੰਦ ਦਾ ਮਤਲਬ ਸਾਨੂੰ ਇੱਕ ਪਾਸੇ ਕਹਿੰਦੇ ਹਾਂ ਕਿ ਸਾਰਿਆਂ 'ਚ ਪਰਮੇਸ਼ਰ ਵੱਸਦਾ ਹੈ, ਦੂਜੇ ਪਾਸੇ ਉਹੀ ਇਨਸਾਨ ਦੇ ਨਾਲ ਅਸੀਂ ਤਲਖੀ ਕਰ ਰਹੇ ਹੁੰਦੇ ਹਾਂ ਅਤੇ ਕਹਿੰਦੇ ਹਾਂ ਕਿ ਮੈਂ ਤੈਨੂੰ ਜਾਣਦਾ, ਤੂੰ ਕਿੰਨੇ ਕੁ ਜੋਗਾ ਹੈ। ਉਹੀ ਸਾਡਾ ਵਾਕ ਹੈ ਕਿ ਸਾਰਿਆਂ ਦੇ ਅੰਦਰ ਇੱਕੋ ਪਰਮੇਸ਼ਰ ਹੈ। ਸਾਧ ਦੀ ਦ੍ਰਿਸ਼ਟੀ ਇੱਕੋ ਵਿਆਪਕ ਹੋ ਜਾਂਦੀ ਹੈ। ਉਹਦੀ ਦ੍ਰਿਸ਼ਟੀ ਦਵੰਦ ਵਿੱਚ ਨਹੀਂ ਹੁੰਦੀ, ਉਹ ਸਾਰਿਆਂ ਨੂੰ ਇੱਕ ਸਮਾਨ ਜਾਣਦਾ ਹੈ। ਇਸ ਕਰਕੇ ਜੇ ਸਾਡੇ ਜੀਵਨ ਵਿੱਚ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਦੀ ਜੋਤ ਅਤੇ ਇੱਕੋ ਜਿਹਾ ਵਿਵਹਾਰ ਕਰਨ ਦਾ ਸਾਡਾ ਢੰਗ ਹੈ, ਅਤੇ ਸਮਝ ਲਓ ਸਾਧਨਾ ਦਾ ਕੁਝ ਕੁ ਅਮਲ ਸਾਡੇ ਜੀਵਨ 'ਚ ਪੈਦਾ ਹੋ ਚੁੱਕਾ ਹੈ। ਪਹਿਲੀ ਦ੍ਰਿਸ਼ਟੀ ਸਾਧ ਦੀ ਇਹ ਹੈ। ਜੇ ਕਿਸੇ ਸਾਧ ਦੇ ਜੀਵਨ ਦੇ ਵਿੱਚ ਦ੍ਰਿਸ਼ਟੀ ਨਹੀਂ ਮਿਲਦੀ ਤਾਂ ਉਹਨੂੰ ਸਾਧ ਨਹੀਂ ਗਣਨਾ ਚਾਹੀਦਾ। ਪਹਿਲੀ ਦ੍ਰਿਸ਼ਟੀ ਹੈ। ਸਭ ਤੋਂ ਪਹਿਲਾਂ ਉਹ ਸਮ ਦ੍ਰਿਸ਼ਟ ਹੁੰਦਾ ਹੈ, ਸਾਰਿਆਂ ਦੇ ਨਾਲ ਸਮ। ਫਿਰ ਸਮ ਵਿਵਹਾਰ ਕਰਦਾ ਹੈ ਕਿ ਇਹ ਨਹੀਂ ਕਿ ਇਹ ਮੇਰਾ 10 ਸਾਲ ਪੁਰਾਣਾ ਸਤਸੰਗੀ ਹੈ, ਇਹਦੇ ਨਾਲ ਵੱਧ ਗੱਲਾਂ ਕਰਾਂ, ਇਹ ਨਵਾਂ ਆਉਣਾ ਸ਼ੁਰੂ ਹੋਇਆ ਅਤੇ ਇਹਦੇ ਨਾਲ ਘੱਟ ਕਰਾਂ, ਇਹ ਅਮੀਰ ਹੈ ਇਹਨੂੰ ਜ਼ਿਆਦਾ ਨੇੜੇ ਕਰਾਂ, ਇਹ ਗਰੀਬ ਹੈ ਇਹਨੂੰ ਥੋੜ੍ਹਾ ਦੂਰ ਰੱਖਾਂ। ਐਸਾ ਨਹੀਂ। ਸਮ ਦ੍ਰਿਸ਼ਟ, ਉਸ ਤੋਂ ਬਾਅਦ ਸਮ ਵਿਵਹਾਰ, ਉਸ ਤੋਂ ਬਾਅਦ ਉਹਦੇ ਜੀਵਨ ਦਾ ਆਚਰਣ। ਉਹਦੀ ਜ਼ੁਬਾਨ ਦੇ ਲਈ ਸੰਸਾਰੀ ਵਾਕਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਉਹਦੀ ਜ਼ੁਬਾਨ 'ਤੇ ਹਰ ਵੇਲੇ ਰਸਨਾ ਦਾ ਗਾਇਨ ਚੱਲਦਾ ਰਹਿੰਦਾ, ਹਰ ਵੇਲੇ ਕਿਸੇ ਨਾ ਕਿਸੇ ਆਰਾਧਨਾ ਦੇ ਤਲ 'ਤੇ। ਤਾਂ ਮੈਂ ਕਿਸੇ ਬੰਦਗੀ ਵਾਲੇ ਪੁਰਖ ਦੇ ਦਰਸ਼ਨ ਕੀਤੇ, ਤਾਂ ਮੈਂ ਸਾਰਾ ਦਿਨ ਉਹਦੇ ਨਿਕਟ ਰਿਹਾ। ਤਾਂ ਮੈਂ ਦੇਖਿਆ ਕਿ ਮੈਂ ਹਰ ਵੇਲੇ ਦੇਖਿਆ ਉਹਦੀ ਜ਼ੁਬਾਨ 'ਤੇ ਗੁਰਬਾਣੀ ਦੀ ਤੁਕ ਚੱਲਦੀ ਰਹੀ। ਸ਼ਾਮ ਨੂੰ ਜਦੋਂ ਥੋੜ੍ਹਾ ਜਿਹਾ ਉਹ ਸਹਿਜ ਹੋਇਆ
ਤਾਂ ਮੈਂ ਕਿਹਾ ਜੀ ਦੋ ਗੱਲਾਂ ਮੇਰੇ ਸਵਾਲ ਤੁਹਾਡੇ ਸਨਮੁਖ ਨੇ। ਪਹਿਲਾ ਇਹ ਦੱਸੋ ਕਿ ਆਪ ਕਰ ਰਹੇ ਹੋ ਕਿ ਹੋ ਰਿਹਾ? ਕਹਿੰਦੇ ਹੋ ਰਿਹਾ। ਮੈਂ ਕਿਹਾ ਫਿਰ ਇਹ ਰੁਕਿਆ ਕਿਉਂ? ਕਹਿੰਦੇ ਹੁਣ ਇਹ ਅੰਦਰੀਵੀ ਹੋ ਗਿਆ। ਅੰਤਰੀਵੀ ਦਾ ਮਤਲਬ ਹੈ ਕਿ ਹੁਣ ਮੈਂ ਇਹਦੀ ਧੁਨ ਆਪਣੇ ਆਪ ਅੰਦਰ ਚੱਲ ਰਹੀ ਹੈ। ਪਹਿਲਾਂ ਮੈਂ ਆਰਾਧਨਾ ਕਰ ਰਿਹਾ ਸਾਂ, ਆਪਣੀ ਜ਼ੁਬਾਨ ਨਾਲ ਆਰਾਧ ਕੇ ਆਪ ਹੀ ਸੁਣ ਰਿਹਾ ਸਾਂ। ਹੁਣ ਸਾਰਾ ਦਿਨ ਸਾਧਨਾ ਕਰਦਿਆਂ ਇਹ ਰੱਬੀ ਧੁਨ ਅੰਦਰ ਵਿਆਪਤ ਹੋ ਗਈ ਹੈ ਅਤੇ ਹੁਣ ਮੈਨੂੰ ਅੰਦਰੋਂ ਪਾਠ ਸੁਣਨਾ ਸ਼ੁਰੂ ਹੋ ਗਿਆ। ਇਸ ਕਰਕੇ ਮੈਂ ਚੁੱਪ ਹੋ ਗਿਆ। ਇਹ ਸਾਧ ਪੁਰਖਾਂ ਦੇ ਲੱਛਣ ਨੇ। ਉਹਦੀ ਰਸਨਾ ਅਤੇ ਆਹਾਰ ਐਸਾ ਰਹਿੰਦਾ। ਮੈਨੂੰ ਕਿਸੇ ਨਿਕਟਵਰਤੀ ਨੇ ਕਿਸੇ ਸਮੇਂ ਕਿਹਾ ਕਿ ਉਹ ਬੜੇ ਉੱਤਮ ਸਾਧ ਨੇ, ਤਾਂ ਚਲੋ ਚਲੇ ਗਏ ਕਿ ਚਲੋ ਉਹਨਾਂ ਦੇ ਜੀਵਨ ਦਾ ਅਨੁਭਵ ਮਾਣਿਆ ਜਾਏ। ਜਦ ਹੀ ਜਾ ਕੇ ਬੈਠੇ ਉਹਨੇ 3-4 ਘੰਟੇ ਸਾਨੂੰ ਰਾਜਨੀਤੀ ਦੀਆਂ ਗੱਲਾਂ ਹੀ ਸੁਣਾਈ ਗਿਆ। ਤਾਂ ਫਿਰ ਮੈਨੂੰ ਆਖਰ ਕਹਿਣਾ ਪਿਆ, ਮੈਂ ਕਿਹਾ ਜੀ ਤੁਸੀਂ ਰਾਜਨੀਤਿਕ ਵਿਸ਼ਲੇਸ਼ਕ ਬਣ ਜਾਓ, ਸਾਧ ਬਣਨ ਦੀ ਨਾ ਤੁਹਾਡੀ ਸਮਰੱਥਾ ਅਤੇ ਨਾ ਤੁਹਾਡੇ ਕੋਲੋਂ ਹੋਇਆ ਜਾਣਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ, ਸਮ ਦ੍ਰਿਸ਼ਟ ਸਮ ਵਿਵਹਾਰ। ਉਹਦੀ ਰਸਨਾ ਦਾ ਆਧਾਰ ਪਰਮੇਸ਼ਰ ਦਾ ਚਿੰਤਨ। ਜੇ ਉਹ ਮੌਨ ਵਿੱਚ ਹੈ ਅਤੇ ਇਹਦਾ ਮਤਲਬ ਹੈ ਉਹ ਮੌਨ ਦੇ ਵਿੱਚ ਕਿਸੇ ਈਰਖਾ, ਲੋਭ ਜਾਂ ਵਕਾਰ ਦੇ ਖਿਆਲ ਵਿੱਚ ਨਹੀਂ ਹੈ। ਉਹਦਾ ਮੌਨ ਆਪਣੇ ਆਪ ਦੀ ਖੋਜ ਕਰ ਰਿਹਾ ਕਿ ਮੈਂ ਕਿਸ ਅਵਸਥਾ 'ਤੇ ਹਾਂ। ਫਿਰ ਇਹਦੇ ਪ੍ਰਕਾਰ ਉਹ ਨਿੰਦਿਆ ਤੋਂ ਦੂਰੀ ਬਣਾਉਂਦਾ ਹੈ। ਨਿੰਦਿਆ ਤੋਂ ਦੂਰੀ ਬਣਾਉਂਦਾ ਹੈ, ਹਿਰਦੇ ਅੰਦਰ ਦਵੈਸ਼ ਭਾਵਨਾ ਨੂੰ ਨਹੀਂ ਜਨਮ ਦਿੰਦਾ। ਫਿਰ ਸਮ ਅਵਸਥਾ ਵੀ ਹੁੰਦਾ ਹੈ। ਸਮ ਦ੍ਰਿਸ਼ਟ ਸਮ ਵਿਵਹਾਰ, ਸਮ ਅਵਸਥਾ ਵੀ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਕਿ ਸੁੱਖ ਦੁੱਖ ਆ ਗਿਆ, ਡੋਲਦਾ ਨਹੀਂ ਹੈ। ਜੇ ਉਸਤਤ ਨਿੰਦਾ ਹੋ ਗਈ, ਉਹਦੇ ਵਿੱਚ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ। ਅਮੀਰੀ ਗਰੀਬੀ ਦਾ ਸੰਕਟ ਆ ਗਿਆ, ਕੋਈ ਸਮ ਅਵਸਥਾ ਵੀ ਰਹਿੰਦਾ ਹੈ। ਤਾਂ ਇਸੇ ਪ੍ਰਕਾਰ ਉਹਦੇ ਜੀਵਨ ਦੀ ਸਮੁੱਚੀ ਸਾਧਨਾ ਪੂਰੀ ਹੁੰਦੀ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ। ਜੇ ਸਾਧ ਦਾ ਉੱਤਮ ਬਚਨ ਕਮਾਇਆ ਜਾਵੇ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ ਕਿ ਜਿਹੜਾ ਸਾਧ ਦਾ ਬਚਨ ਕਮਾ ਲੈਂਦਾ ਉਹਦਾ ਜੀਵਨ ਕਿੱਡਾ ਵੱਡਾ ਹੋ ਜਾਂਦਾ। ਕਿਸੇ ਨਗਰ ਦੇ ਵਿੱਚ ਕੋਈ ਮਹਾਤਮਾ ਦੀ ਮੰਡਲੀ, ਸੰਤਾਂ ਦੀ ਮੰਡਲੀ ਉਤਰੀ ਹੋਈ ਸੀ, ਆਪਣਾ ਟਿਕਾਣਾ ਕੀਤਾ ਹੋਇਆ ਸੀ। ਅਤੇ ਉਸ ਨਗਰ ਦੇ ਨੇੜੇ ਹੀ ਇੱਕ ਹੋਰ ਨਗਰ ਸੀ ਜਿੱਥੇ ਮਹਾਤਮਾ ਟਿਕੇ ਹੋਏ ਸਨ। ਉਹਨੂੰ ਚੋਰਾਂ ਦਾ ਪਿੰਡ ਕਿਹਾ ਜਾਂਦਾ ਸੀ। ਸਾਰੇ ਪਿੰਡ ਵਿੱਚ ਚੋਰ ਵੱਸਦੇ ਸਨ। ਜਦੋਂ ਉਸ ਚੋਰਾਂ ਦੇ ਪਿੰਡ ਵਾਲੇ ਲੋਕਾਂ ਨੂੰ ਪਤਾ ਲੱਗਾ ਕਿ ਸਾਡੇ ਨੇੜੇ ਸੰਤ ਲੋਕ ਆਏ ਨੇ, ਉਹਨਾਂ ਨੇ ਆਪਣੇ ਨਗਰ ਵਿੱਚ ਮਤਾ ਪਕਾਇਆ ਕਿ ਸਾਡੇ ਵਿੱਚੋਂ ਕੋਈ ਸੰਤਾਂ ਦੇ ਕੋਲ ਨਹੀਂ ਜਾਏਗਾ, ਕਿਉਂਕਿ ਸੰਤਾਂ ਨੇ ਚੋਰੀ ਜਾਰੀ ਬੁਰੇ ਕਰਮਾਂ ਤੋਂ ਛਡਾਉਣਾ ਹੈ ਅਤੇ ਅਸੀਂ ਉਹ ਕਰਮ ਛੱਡਣਾ ਨਹੀਂ। ਉਹ ਮਹਾਤਮਾ ਚੌਮਾਸੇ ਦੇ ਕਰਕੇ 3-4 ਮਹੀਨੇ ਉੱਥੇ ਟਿਕੇ ਰਹੇ। ਇੱਕ ਹੋਰ ਨੇੜਲੇ ਨਗਰ ਦੇ ਲੋਕ ਉਹਨਾਂ ਦੀ ਬੜੀ ਸੇਵਾ ਕਰਦੇ ਰਹੇ, ਉਹਨਾਂ ਕੋਲੋਂ ਬੰਦਗੀ ਦੇ ਉਪਦੇਸ਼ਾਂ ਦਾ ਆਨੰਦ ਮਾਣਦੇ ਰਹੇ। ਜਦ ਪਤਾ ਲੱਗਾ ਕਿ ਹੁਣ ਸਵੇਰੇ ਇਹਨਾਂ ਸੰਤਾਂ ਨੇ ਇੱਥੋਂ ਕੂਚ ਕਰ ਜਾਣਾ ਹੈ, ਤਾਂ ਉਹਨਾਂ ਚੋਰਾਂ ਨੇ ਮਤਾ ਪਕਾਇਆ ਕਿ ਕਿਉਂ ਨਾ ਸਾਡੀ ਬੜੀ ਨਿੰਦਿਆ ਹੋਈ ਹੈ, ਨੇੜਲੇ ਨਗਰਲੇ ਲੋਕਾਂ ਨੇ ਬੜੀ ਸੇਵਾ ਕਰਕੇ ਉਪਮਾ ਖੱਟੀ ਹੈ, ਪਰ ਸਾਡੀ ਬੜੀ ਨਿੰਦਿਆ ਹੋਈ ਹੈ। ਚਲੋ ਹੁਣ ਆਖਰੀ ਦਿਨ ਬਚਿਆ, ਅਸੀਂ ਆਪਣਾ ਇੱਕ ਆਦਮੀ ਭੇਜ ਦਿੰਦੇ ਹਾਂ। ਉਹ ਉਹਨਾਂ ਮਹਾਤਮਾ ਦਾ ਸਮਾਨ ਚੁੱਕ ਕੇ ਜਿੱਥੋਂ ਤੱਕ ਚਾਹੁੰਣਗੇ ਪਹੁੰਚਾ ਜਾਏਗਾ, ਪਰ ਸ਼ਰਤ ਹੈ ਕਿ ਰਸਤੇ ਵਿੱਚ ਮਹਾਤਮਾ ਦੇ ਨਾਲ ਬੋਲਣਾ ਨਹੀਂ। ਚੋਰਾਂ ਦਾ ਸਰਦਾਰ ਚਲਾ ਗਿਆ। ਜਦੋਂ ਚਲਾ ਗਿਆ ਤਾਂ ਮਹਾਤਮਾ ਨੂੰ, ਸੰਤਾਂ ਨੂੰ ਕਹਿਣ ਲੱਗਾ ਕਿ ਮੈਂ ਤੁਹਾਡਾ ਸਮਾਨ ਉਠਾਉਂਦਾ। ਉਹ ਕਹਿੰਦੇ ਅਸੀਂ ਨਹੀਂ ਚੁੱਕਣ ਦੇਣਾ, ਤੁਸੀਂ ਚੋਰ ਹੋ। ਬੜੇ ਯਤਨ ਕਰਕੇ ਉਹਨੇ ਸਮਾਨ ਚੁੱਕ ਲਿਆ। ਸੰਤ ਤੁਰਦੇ ਜਾਣ, ਨਾਲ ਨਾਲ ਉਹ ਚੋਰਾਂ ਦਾ ਸਰਦਾਰ ਸਿਰ 'ਤੇ ਭਾਰ ਚੁੱਕਿਆ, ਮੋਢਿਆਂ 'ਤੇ ਵੀ ਚੱਲੀ ਜਾ ਰਿਹਾ। ਉਹਨਾਂ ਬੜੀ ਵਾਰੀ ਬੁਲਾਇਆ ਪਰ ਬੋਲਿਆ ਨਾ। ਆਖਰ ਕਾਫੀ ਵਾਰੀ ਪੁੱਛਣ ਤੋਂ ਬਾਅਦ ਕਹਿਣ ਲੱਗੇ ਕੀ ਕੰਮ ਕਰਦਾ ਹੈ? ਕਹਿੰਦਾ ਚੋਰੀ ਦਾ ਕੰਮ ਕਰਦਾ, ਚੋਰੀ ਕਰਦਾ। ਮਹਾਤਮਾ ਕਹਿਣ ਲੱਗੇ ਇਕੱਲੀ ਚੋਰੀ ਵੀ ਕਰਦਾ ਕਿ ਜਾਰੀ ਵੀ ਕਰਦਾ? ਕਹਿੰਦਾ ਜਾਰੀ ਵੀ ਕਰਦਾ, ਕਿਸੇ ਪ੍ਰਕਾਰ ਦੀ ਇਸਤਰੀ ਨਹੀਂ ਛੱਡੀ। ਕਹਿੰਦੇ ਕੇਵਲ ਜਾਰੀ ਕਰਦਾ ਕਿ ਵਕਾਰੀ ਨਸ਼ੇ ਵੀ ਕਰਦਾ? ਕਹਿੰਦਾ ਸਭ ਪ੍ਰਕਾਰ ਦਾ ਨਸ਼ਾ ਵੀ ਕੀਤਾ ਹੋਇਆ। ਕਹਿੰਦਾ ਕੇਵਲ ਨਸ਼ਾ ਹੀ ਕਰਦਾ ਕਿ ਸਾਰੇ ਜੀਵਾਂ ਦਾ ਮਾਸ ਵੀ ਖਾਂਦਾ? ਕਹਿੰਦਾ ਕੋਈ ਵੀ ਜੀਵ ਐਸਾ ਨਹੀਂ ਜਿਹਦਾ ਮੈਂ ਮਾਸ ਨਾ ਖਾਂਦਾ ਹੋਵਾਂ। ਜਦੋਂ ਮਹਾਤਮਾ ਨੇ ਇਹ 4 ਜਵਾਬ ਸੁਣੇ, ਕਹਿਣ ਲੱਗੇ ਬੜਾ ਪਾਪੀ ਹੈ, ਬੜਾ ਦੁਸ਼ਟ ਬੰਦਾ ਹੈ, ਇਹਦਾ ਤਾਂ ਉਧਾਰ ਬੜਾ ਮੁਸ਼ਕਿਲ ਹੋਏਗਾ। ਪਰ ਸੰਤ ਦਾ ਸੁਭਾਅ ਹੈ ਕਿ ਫਿਰ ਵੀ ਉਹਨੇ ਆਪਣੇ ਬਚਨ ਦੇ ਨਾਲ, ਉਹ ਕਹਿੰਦੇ ਸਾਡਾ ਸਮਾਨ ਇੱਥੇ ਰੱਖ ਦੇ, ਅਸੀਂ ਤੇਰਾ ਆਪਣਾ ਸਮਾਨ ਤੇਰੇ ਕੋਲ ਨਹੀਂ ਚੁਕਵਾ ਸਕਦੇ। ਤਾਂ ਕਹਿਣ ਲੱਗਾ ਨਹੀਂ ਮੈਂ ਲੈ ਕੇ ਜਾਵਾਂਗਾ। ਕਹਿੰਦੇ ਜੇ ਸਾਡਾ ਸਮਾਨ ਅੱਗੇ ਤੱਕ ਲਿਜਾ ਕੇ ਜਾਣਾ ਚਾਹੁੰਦਾ ਹੈ ਤਾਂ ਸਾਡੇ ਕੁਝ ਬਚਨ ਮੰਨਣੇ ਪੈਣਗੇ। ਜੇ ਸਾਡੇ ਕੁਝ ਬਚਨ ਮੰਨਣ ਦੀ ਗੱਲ ਹੈ, ਇੱਕ ਅੱਧਾ ਬਚਨ ਸਾਡਾ ਮੰਨਣਾ ਪਏਗਾ, ਫਿਰ ਤੈਨੂੰ ਨਾਲ ਲਿਜਾਵਾਂਗੇ। ਕਹਿੰਦਾ ਠੀਕ ਹੈ, ਇੱਕ ਅੱਧਾ ਬਚਨ ਦਾ ਮੈਂ ਕਮਾ ਹੀ ਲਵਾਂਗਾ, ਕਰ ਦਿਓ। ਕਹਿੰਦਾ ਸਭ ਤੋਂ ਪਹਿਲਾਂ ਤੂੰ ਕਿ ਚੋਰੀ ਦੀ ਗੱਲ ਕੀਤੀ ਹੈ, ਚੋਰੀ ਬੇਸ਼ੱਕ ਕਰਦਾ ਰਹੇ, ਪਰ ਕਦੀ ਵੀ ਜਿਹਦਾ ਨਮਕ ਖਾ ਲਿਆ ਉਹਦੀ ਚੋਰੀ ਨਹੀਂ ਕਰਨੀ।
ਤੇ ਜਿਹੜਾ ਗਰੀਬ ਹੈ ਉਹਦੀ ਚੋਰੀ ਨਹੀਂ ਕਰਨੀ। ਉਂਝ ਚੋਰੀ ਕਰੀ ਜਾ, ਪਰ ਆਹ ਦੋ ਗੱਲਾਂ ਸਾਡੀਆਂ ਧਿਆਨ 'ਚ ਰੱਖੀ। ਕਹਿੰਦਾ ਅੱਗੇ ਕਹਿਣ ਲੱਗੇ, ਜਾਰੀ ਬੇਸ਼ੱਕ ਕਰੀ ਜਾ, ਪਰ ਜਿਹੜੀਆਂ ਧਰਮ ਦੀਆਂ 5 ਮਾਵਾਂ ਮੰਨੀਆਂ ਗਈਆਂ ਹਨ ਇਹਨਾਂ ਵੱਲ ਕਦੀ ਬੁਰੀ ਨਜ਼ਰ ਨਾ ਉਠਾਉਣੀ। ਕਹਿੰਦਾ ਰਾਜੇ ਦੀ ਇਸਤਰੀ, ਗੁਰੂ ਦੀ ਇਸਤਰੀ, ਆਪਣੀ ਮਾਤਾ ਦੀ ਮਾਤਾ ਤੇ ਆਪਣੀ ਪਤਨੀ, ਤੇ ਆਪਣੀ ਇਸ ਤੋਂ ਬਾਅਦ ਜਿਹੜੀ ਦੂਜੀ ਮਾਤਾ ਜਿਹਨੇ ਜਨਮ ਦਿੱਤਾ, ਇਸ ਪ੍ਰਕਾਰ ਤੇ ਆਪਣੇ ਮਿੱਤਰ ਦੀ ਇਸਤਰੀ, ਇਹਨਾਂ 5 ਮਾਤਾਵਾਂ ਦੇ ਨਾਲ ਕਹਿੰਦਾ ਕਦੀ ਵੀ ਬੁਰੀ ਨਜ਼ਰ ਦੇ ਨਾਲ ਨਹੀਂ ਤੱਕਣਾ ਇਸ ਤਰ੍ਹਾਂ ਦਾ। ਤੀਜਾ ਬਚਨ ਕਹਿੰਦਾ, ਤੂੰ ਸ਼ਰਾਬ ਦਾ ਪਾਨ ਕਰਦਾ ਹੈ, ਜਿਹੜੇ ਪਵਿੱਤਰ ਦਿਨ ਮੰਨੇ ਜਾਂਦੇ ਨੇ, ਇਕਾਦਸ਼ੀ, ਪੁੰਨਿਆ, ਮੱਸਿਆ, ਇਹਨਾਂ 5-7 ਦਿਨਾਂ ਦੇ ਵਿੱਚ ਤੂੰ ਇਹ ਸ਼ਰਾਬ ਦਾ ਸੇਵਨ ਨਹੀਂ ਕਰਨਾ। ਉਸ ਤੋਂ ਅੱਗੇ ਕਹਿੰਦਾ, ਮਾਸ ਭਾਵੇਂ ਸਾਰਾ ਖਾਣਾ ਹੈ, ਪਰ ਕਾਂ ਦਾ ਮਾਸ ਖਾਣਾ ਛੱਡ ਦੇ, ਇਹ ਮਹਾ ਪਵਿੱਤਰ ਹੈ। ਇਹ 4 ਬਚਨ ਕਹਿ ਕੇ ਉਹ ਆਪਣੀ ਮਾਰਗ 'ਤੇ ਪਹੁੰਚ ਗਏ, ਸਮਾਨ ਰੱਖ ਕੇ ਵਾਪਸ ਆ ਗਿਆ। ਅਗਲੇ ਦਿਨ ਕਿਸੇ ਰਾਜ ਮਹਿਲ 'ਚ ਚੋਰੀ ਕਰਨ ਗਿਆ ਉਹ ਚੋਰਾਂ ਦਾ ਸਰਦਾਰ। ਚੋਰੀ ਕੀਤੀ ਤੇ ਉਧਰ ਅਜੇ ਰਾਜੇ ਘਰ ਔਲਾਦ ਨਹੀਂ ਸੀ ਪੈਦਾ ਹੋਈ, ਤੇ ਰਾਜੇ ਦੀ ਪਤਨੀ ਉਹਦੇ ਤੋਂ ਖਫਾ ਰਹਿੰਦੀ ਸੀ। ਤੇ ਉਹ ਕਾਮਾ ਭਾਵ ਦੇ ਵਿੱਚ ਜਦੋਂ ਚੋਰ ਦਾਖਲ ਹੋਇਆ ਤੇ ਉਹਨੇ ਉਹਨੂੰ ਭਰਮਾਉਣਾ ਚਾਹਿਆ ਕਿ ਤੂੰ ਮੇਰਾ ਪਤੀ ਬਣ ਜਾ, ਮੈਂ ਤੈਨੂੰ ਇਤਨੇ ਗਹਿਣੇ ਜਵਾਹਰਾਤ ਦਿਆਂਗੀ, ਮੇਰੀ ਮੰਦ ਵਾਸਨਾ ਪੂਰਤੀ ਦੇ ਵਿੱਚ ਸਹਾਇਕ ਹੋ। ਪਰ ਉਹ ਚੋਰ ਕਹਿਣ ਲੱਗਾ, ਨਹੀਂ, ਤੂੰ ਮੇਰੀ ਮਾਤਾ ਲੱਗਦੀ ਹੈ, ਮੈਂ ਤੇਰੇ ਤਰਫ ਇਸ ਤਰ੍ਹਾਂ ਦਾ ਸੋਚ ਵੀ ਨਹੀਂ ਸਕਦਾ। ਇਸ ਕਰਕੇ ਉਹਨੇ ਉਸ ਬੁਰੇ ਕਰਮ ਤੋਂ ਇਨਕਾਰ ਕਰ ਦਿੱਤਾ। ਫਿਰ ਰਾਜ ਮਹਿਲ ਦੇ ਵਿੱਚ ਚੋਰੀ ਕੀਤੀ, ਸਾਰਾ ਸਮਾਨ ਬੰਧਿਆ। ਤਾਂ ਜਦੋਂ ਆਖਰ ਸਾਰਾ ਸਮਾਨ ਛੱਡ ਕੇ ਚਲਾ ਗਿਆ, ਰਾਜਾ ਇਹ ਸਾਰਾ ਕੁਝ ਦੇਖਦਾ ਸੀ। ਤਾਂ ਅਗਲੇ ਦਿਨ ਉਹਨੇ ਹੁੱਕਾ ਫਰਾਇਆ ਕਿ ਜਿਹੜਾ ਰਾਤ ਚੋਰ ਮੇਰੇ ਰਾਜ ਮਹਿਲ 'ਚ ਚੋਰੀ ਕਰਨ ਆਇਆ ਸੀ ਉਹ ਆ ਕੇ ਮੈਨੂੰ ਮਿਲੇ, ਮੈਂ ਉਹਨੂੰ ਕੁਝ ਨਹੀਂ ਕਹਾਂਗਾ, ਕੋਈ ਸਜ਼ਾ ਨਹੀਂ ਦਿਆਂਗਾ। ਵਾਪਸ ਆਇਆ, ਜਦੋਂ ਉਹ ਪੇਸ਼ ਹੋਇਆ ਉਹਨੇ ਕਿਹਾ ਕਿ ਰਾਤ ਜਦੋਂ ਰਾਣੀ ਨੇ ਤੈਨੂੰ ਮੰਦ ਕਰਮ ਲਈ ਪ੍ਰੇਰਿਆ ਤੂੰ ਕਿਉਂ ਨਾ ਕੀਤਾ? ਕਹਿੰਦਾ, ਮੈਨੂੰ ਮਹਾਤਮਾ ਦਾ ਬਚਨ ਹੈ ਕਿ ਰਾਜੇ ਦੀ ਇਸਤਰੀ ਮਾਂ ਸਮਾਨ ਹੁੰਦੀ ਹੈ, ਇਸ ਕਰਕੇ ਮਾਂ ਦੇ ਸੰਬੰਧ ਵਿੱਚ ਇਹ ਬੁਰਾ ਖਿਆਲ ਚਿੱਤੇ ਵੀ ਨਹੀਂ ਜਾ ਸਕਦੇ, ਇਸ ਕਰਕੇ ਮੈਂ ਉਹਦੇ ਤੋਂ ਇਨਕਾਰੀ ਹੋ ਗਿਆ। ਕਹਿੰਦਾ, ਬੰਦਿਆ ਹੋਇਆ ਸਮਾਨ ਕਿਉਂ ਛੱਡ ਕੇ ਗਿਆ? ਕਹਿੰਦਾ, ਮਹਾਤਮਾ ਦੇ ਬਚਨ ਕਮਾਉਣਾ ਹਾਂ ਕਿ ਜਿਹਦਾ ਨਮਕ ਖਾ ਲਿਆ ਉਹਦੀ ਚੋਰੀ ਨਹੀਂ ਕਰਨ ਦਾ। ਕਹਿੰਦਾ, ਤੁਹਾਡੇ ਫਲ ਖਾ ਰਿਹਾ ਸਾਂ, ਬੜਾ ਧਿਆਨ ਰੱਖਿਆ, ਪਰ ਅਚਾਨਕ ਲੂਣ ਵਾਲੀ ਚੀਜ਼ ਖਾਧੀ ਗਈ, ਇਸ ਕਰਕੇ ਇਹਨਾਂ 2 ਬਚਨਾਂ ਨੂੰ ਕਮਾਉਣ ਕਰਕੇ ਮੈਂ ਤੁਹਾਡੇ ਮਹਿਲ 'ਚ ਨਾ ਚੋਰੀ ਕਰ ਸਕਿਆ, ਨਾ ਰਾਣੀ ਦੇ ਕਹੇ ਦੇ ਮੰਦ ਕਰਮ ਕਰ ਸਕਿਆ। ਔਰ ਰਾਜਾ ਬੜਾ ਪ੍ਰਸੰਨ ਹੋਇਆ ਕਿ ਬੜੇ ਉੱਤਮ ਖਿਆਲ ਨੇ, ਧਰਮਾਤਮਾ ਸੁਭਾਅ ਵਾਲਾ ਜਾਪਦਾ ਹੈ, ਕਿ ਉਹਨਾਂ ਇਹਨੂੰ ਰਾਜਗੱਦੀ 'ਤੇ, ਜਦੋਂ ਉਹਨੂੰ ਰਾਜਗੱਦੀ 'ਤੇ ਬਿਠਾ ਦਿੱਤਾ, ਫਿਰ ਉਸ ਚੋਰ ਨੇ ਆਪਣੇ ਨਗਰ ਦੇ ਸਾਰੇ ਚੋਰਾਂ ਨੂੰ ਰਾਜੇ ਪਾਸ ਨੌਕਰ ਰਖਵਾ ਕੇ ਉਹਨਾਂ ਦਾ ਚੋਰੀ ਤੋਂ ਛੁਟਕਾਰਾ ਕਰਵਾ ਦਿੱਤਾ। ਅਤੇ ਹੌਲੀ ਹੌਲੀ ਫਿਰ ਉਸ ਰਾਜ ਦੇ ਵਿੱਚ ਮਹਾਤਮਾ ਦੀਆਂ ਮੰਡਲੀਆਂ ਜੁੜਨ ਲੱਗ ਪਈਆਂ, ਕੀਰਤਨ ਹੋਣ ਲੱਗ ਪਿਆ। ਤਾਂ ਆਖਰ ਉਹ ਸਰਦਾਰਾਂ ਦਾ ਚੋਰ ਰਾਜਾ ਜਿਹੜਾ ਬਣਿਆ ਸੀ, ਸਮਾਂ ਪੈ ਕੇ ਬਿਮਾਰ ਹੋ ਗਿਆ, ਅਤੇ ਹਕੀਮਾਂ ਨੇ ਫਿਰ ਸਲਾਹ ਦਿੱਤੀ ਕਿ ਕਾਂ ਦਾ ਮਾਸ ਖਾਣਾ ਪੈਣਾ ਹੈ, ਅਤੇ ਉਹਦਾ ਆਪਣਾ ਮਨ ਮੰਨੇ ਨਾ। ਇਤਨੇ ਚਿਰ ਨੂੰ ਉਹੀ ਮਹਾਤਮਾ ਜਿਨ੍ਹਾਂ ਨੇ ਉਹਨੂੰ ਬਚਨ ਕੀਤੇ ਸਨ ਉਸ ਨਗਰ ਦੇ ਵਿੱਚ ਆਏ। ਜਦੋਂ ਉਹਨਾਂ ਦੇਖਿਆ ਕਿ ਉਹੀ ਚੋਰਾਂ ਦਾ ਪਿੰਡ ਹੁਣ ਧਰਮਾਤਮਾ ਪੁਰਸ਼ਾਂ ਦਾ ਨਗਰ ਬਣ ਗਿਆ, ਬੜੇ ਪ੍ਰਸੰਨ ਹੋਏ। ਉਸ ਰਾਜੇ ਪਾਸ ਗਏ ਜਿਹੜਾ ਚੋਰਾਂ ਦੇ ਸਰਦਾਰ ਤੋਂ ਰਾਜਾ ਬਣਿਆ ਸੀ। ਤਾਂ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ 4 ਬਚਨ ਸਾਰੀ ਜ਼ਿੰਦਗੀ ਕਮਾਏ ਨੇ, ਹੁਣ ਇਹਨਾਂ ਬਚਨਾਂ ਨੂੰ ਮੇਰੀ ਜ਼ਿੰਦਗੀ ਸੰਕਟ ਦੇ ਵਿੱਚ ਹੈ। ਹਕੀਮਾਂ ਨੇ ਸਲਾਹ ਦਿੱਤੀ ਹੈ ਕਿ ਕਾਂ ਦਾ ਮਾਸ ਖਾਣਾ ਹੈ, ਮੈਨੂੰ ਦੱਸੋ ਮੈਂ ਕੀ ਕੀਤਾ, ਮੈਂ ਕੀ ਕਰਾਂ, ਮੇਰੀ ਜ਼ਿੰਦਗੀ ਕਿਸ ਪ੍ਰਕਾਰ ਬਚੇ? ਤਾਂ ਫਿਰ ਮਹਾਤਮਾ ਨੇ ਆਪਣੇ ਕੋਲੋਂ ਕੋਈ ਔਸ਼ਧੀ ਦੇ ਕੇ ਉਹਦਾ ਰੋਗ ਮੁਕਤ ਕਰ ਦਿੱਤਾ। ਗੁਰਬਾਣੀ ਸਤਿਗੁਰੂ ਸਾਹਿਬ ਜੀ ਕਹਿੰਦੇ, ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣੇ। ਸੁਣਦੇ ਬੜੇ ਨੇ, ਹੁਣ ਤਾਂ ਵੈਸੇ ਵੀ ਗੁਰਸਿੱਖਾਂ ਦੇ ਚਾਅ ਚੂ ਮਰੀ ਗਏ ਨੇ, ਹੈ ਨਹੀਂ ਇੰਨੇ ਕਿਸੇ ਦੇ ਵਿੱਚ। ਕੋਈ ਨਹੀਂ ਭਾਲ ਕਰਦਾ ਕਿ ਕੋਈ ਬੰਦਗੀ ਵਾਲਾ ਪੁਰਸ਼ ਮੈਨੂੰ ਮਿਲੇ, ਕਿਤੇ ਵੀ ਨਹੀਂ ਕੀਤੀ ਜਾਂਦੀ। ਕਿਉਂ? ਕਿਉਂਕਿ ਖੁਦ ਬੰਦਗੀ ਦਾ ਚਾਅ ਨਹੀਂ ਹੈ। ਮੈਨੂੰ ਕਿਸੇ ਨੇ ਕਿਸੇ ਦਫਾ ਪੁੱਛਿਆ ਕਿ ਜਿਹੜੇ ਅਭਿਆਸ ਵਾਲੇ ਮਨੁੱਖ ਕਿਉਂ ਘਟਦੇ ਜਾ ਰਹੇ ਨੇ? ਮੈਂ ਖੁਦ ਅਭਿਆਸ ਦੇ ਵਿੱਚ ਜਨਮ ਖਤਮ ਹੁੰਦਾ ਜਾ ਰਿਹਾ। ਜਦੋਂ ਖੁਦ ਬੰਦੇ ਦੇ ਆਪਣੇ ਅੰਦਰ ਦੀ ਪ੍ਰਾਪਤੀ ਦੀ ਕਿਸੇ ਚਾਹ ਮਰ ਜਾਏ ਨਾ, ਤਾਂ ਉਹ ਬਾਹਰੀ ਕਿਸੇ ਪ੍ਰਾਪਤੀ ਦਾ ਯਤਨ ਨਹੀਂ ਕਰਦਾ। ਹੁਣ ਸਤਸੰਗ ਦੇ ਵਿੱਚ ਥੋੜ੍ਹੇ ਮਨੁੱਖ ਜੁੜਦੇ ਨੇ। ਕਿਉਂ ਜੁੜਦੇ ਨੇ? ਕਿ ਅੰਦਰ ਕੋਈ ਚਾਹ ਹੀ ਨਹੀਂ ਹੈ। ਪਰ ਦੂਜੀਆਂ ਮਹਿਫਲਾਂ ਦਾ ਚਾਹ ਹੈ। ਦੂਜੀਆਂ ਮਹਿਫਲਾਂ ਦਾ ਚਾਹ ਹੋਵੇ, ਆਪਣਾ ਮਹੱਲਾ ਟੱਪ ਕੇ ਤੀਜੇ ਮਹੱਲੇ ਜਾ ਕੇ ਗੱਪਾਂ ਮਾਰਨ ਜਾਂਦਾ ਹੈ, ਕਿਉਂਕਿ ਅੰਦਰ ਰਸ ਬਣਦਾ ਉਹਦੇ ਨਾਲ। ਜੇ ਰਸ ਬਣਦਾ ਤਾਂ ਹੀ ਜਾਂਦਾ, ਜੇ ਰਸ ਨਾ ਬਣੇ ਤਾਂ ਜਾਵੇ ਨਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣੇ। ਅਤੇ ਵੱਡਿਆਂ ਭਾਗਾਂ ਦੇ ਨਾਲ ਸਾਧ ਦੇ ਕਿਸੇ ਬਚਨ ਦੀ ਪ੍ਰਾਪਤੀ ਹੁੰਦੀ ਹੈ। ਮੈਂ ਕਿਸੇ ਗੁਰਸਿੱਖ ਦਾ ਮੈਨੂੰ ਜੀਵਨ ਦਾ ਵਰਣਨ ਯਾਦ ਹੈ। ਉਹ ਬੜਾ ਧਨਾੜ ਸੀ, ਤਾਂ ਹੈ ਬੜਾ ਕੰਜੂਸ ਸੀ। ਉਹ ਕਿਸੇ ਜਗ੍ਹਾ ਉਹ ਨੇੜੇ ਉਹਨਾਂ ਦੇ ਕਿਤੇ ਕੋਈ ਮਹਾਤਮਾ ਆਏ ਹੋਏ ਸਨ, ਤਾਂ ਵੇਖਾ ਵੇਖੀ 'ਚ ਕਹਿਣ ਲੱਗਾ ਕਿ ਜੀ ਮੇਰੇ ਵੀ ਘਰੇ ਚਰਨ ਪਾਓ, ਮੇਰੇ ਘਰੇ ਵੀ ਆਓ। ਉਹ ਕਹਿੰਦੇ, ਤੇਰੀ ਇੰਨੀ ਔਕਾਤ ਨਹੀਂ ਕਿ ਤੂੰ ਸਾਡੇ ਚਰਨ ਆਪਣੇ ਘਰੇ ਪਵਾ ਸਕੇ।
ਉਹ ਕਹਿਣ ਲੱਗਾ ਔਕਾਤ ਨੂੰ ਕਿਹੜੀ ਗੱਲ ਹੈ, ਕਰੋੜਾਂ ਰੁਪਏ ਦੀ ਮੇਰੀ ਸੰਪत्ति ਹੈ, ਭਾਵੇਂ ਸਾਰੀ ਲੈ ਲਿਓ। ਉਹ ਕਹਿੰਦੇ ਕਰੋੜਾਂ ਦੀ ਸੰਪत्ति ਤੇ ਤੂੰ ਦੇ ਸਕਦਾ, ਸਾਨੂੰ ਬਚਨ ਕਮਾਉਣ ਦੀ ਜ਼ੁਬਾਨ ਨਹੀਂ ਦੇ ਸਕਦਾ। ਕਹਿੰਦਾ ਚਲੋ ਠੀਕ ਹੈ, ਤੁਸੀਂ ਮੇਰੇ ਘਰੇ ਚਰਨ ਤਾਂ ਪਾਓ। ਉਹ ਘਰੇ ਚਰਨ ਪਾਏ, ਭੋਜਨ ਪਾਣੀ ਛਕਾਉਣ ਲੱਗਾ। ਪਹਿਲਾਂ ਕਹਿੰਦੇ ਸਾਡਾ ਬਚਨ ਪ੍ਰਵਾਨ ਕਰ, ਜੇ ਬਚਨ ਦੀ ਕਮਾਈ ਕਰ ਸਕਦਾ ਫਿਰ ਤੇਰਾ ਭੋਜਨ ਪ੍ਰਵਾਨ ਕਰਾਂਗੇ। ਕੀ ਕਹਿੰਦੇ ਅਸੀਂ ਤੇਰੇ ਜੀਵਨ 'ਤੇ ਝਾਤ ਮਾਰ ਕੇ ਦੇਖੀ ਹੈ, ਅਜੇ ਤੱਕ ਤੇਰੇ ਘਰੋਂ ਕਿਸੇ ਲੋੜਵੰਦ ਨੇ ਭੋਜਨ ਤੱਕ ਨਹੀਂ ਛਕਿਆ, ਅਤੇ ਸਾਡਾ ਬਚਨ ਹੈ ਕਿ ਮਰਨ ਤੱਕ ਤੇਰੇ ਘਰ ਦੇ ਵਿੱਚੋਂ ਅਨੇਕਾਂ ਲੋੜਵੰਦ ਭੋਜਨ ਛਕਦੇ ਰਹਿਣ। ਜੇ ਇਹ ਬਚਨ ਕਮਾ ਸਕਦਾ ਤਾਂ ਅਸੀਂ ਤੇਰੇ ਘਰੋਂ ਭੋਜਨ ਗ੍ਰਹਿਣ ਕਰਾਂਗੇ, ਨਹੀਂ ਤਾਂ ਬੰਦਗੀ ਦਾ ਆਹਾਰ ਸਾਡਾ ਤਾਂ ਹੈ। ਜਦੋਂ ਇੰਨੀ ਗੱਲ ਕਹੀ ਫਿਰ ਵੇਖੇ ਕਿ ਹੁਣ ਬਚਨ ਕਮਾਵਾਂ ਕਿਵੇਂ। ਫਿਰ ਔਖਾ ਸੌਖਾ ਕਹਿਣ ਲੱਗਾ ਚਲੋ ਮੇਰੀ ਸਮਰੱਥਾ ਤਾਂ ਨਹੀਂ ਹੈਗੀ ਕਿਉਂਕਿ ਹੈ ਮੈਂ ਕੰਜੂਸ, ਪਰ ਤੁਹਾਡਾ ਬਚਨ ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਕਮਾਉਣ ਦਾ। ਤਾਂ ਫਿਰ ਉਸ ਗੁਰਸਿੱਖ ਦੀ ਕਿਰਪਾ ਹੋਈ, ਆ ਜੀਵਨ ਭਰ ਫਿਰ ਉਹਨੇ ਵਿਸ਼ੇਸ਼ ਤੌਰ 'ਤੇ ਰਸੋਈਆ ਸਾਰਾ ਭੋਜਨ ਆਦਿਕ ਉਹਦਾ ਘਰ ਲੰਗਰਸਾਲ ਹੀ ਬਣ ਗਿਆ। ਤਾਂ ਅਨੇਕਾਂ ਲੋੜਵੰਦ ਉੱਥੋਂ ਭੋਜਨ ਪੁੰਚਦੇ ਰਹੇ। ਮਤਲਬ ਸਾਧ ਦਾ ਬਚਨ ਕਦੀ ਆਪਣੇ ਲਾਭ ਲਈ ਨਹੀਂ ਹੁੰਦਾ, ਇਹ ਵੀ ਇੱਕ ਗੱਲ ਹੈ। ਮੈਂ ਜਿੰਨੇ ਕਦੇ ਬਚਨ ਜਿੰਨੇ ਕੁ ਸੁਣੇ ਪੜ੍ਹੇ ਸਮਝੇ ਨੇ ਉਹ ਕਦੀ ਆਪਣੇ ਲਾਭ ਲਈ ਵੀ ਨਹੀਂ ਕਰਦੇ, ਇਹ ਵੀ ਇੱਕ ਗੱਲ ਹੈ। ਨਹੀਂ ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣੇ, ਬੜੇ ਉੱਤਮ ਕਰਮਾਂ ਦੇ ਨਾਲ ਪ੍ਰਾਪਤੀ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ। ਇਸ ਕਰਕੇ ਸਮੁੱਚੇ ਜੀਵਨ ਦੇ ਵਿੱਚ ਜਦੋਂ ਉੱਤਮ ਪੁਰਖ ਦੀ ਸੰਗਤ ਪ੍ਰਾਪਤ ਹੋ ਜਾਵੇ ਅਤੇ ਉਹਦੇ ਉਪਦੇਸ਼ ਨੂੰ ਮਾਣਿਆ ਜਾਵੇ ਤਾਂ ਰਹੰਤਾ ਜਨਮ ਮਰਣੇਨ, ਕਹਿੰਦੇ ਜਿਹੜਾ ਸਾਧਕਾ ਬਚਨ ਕਮਾ ਲੈਂਦਾ ਹੈ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਔਰ ਸਾਧਨਾ ਕਿਹੜੀ ਕਰਦਾ ਹੈ, ਰਮਣੰ ਨਾਨਕ ਹਰ ਕੀਰਤਨ, ਅਤੇ ਹਰ ਵੇਲੇ ਗੋਪਾਲ ਪਰਮੇਸ਼ਰ ਦੇ ਗੁਣਾਂ ਦੀ ਸਿਫਤ ਸਲਾਹ ਕਰਦਿਆਂ, ਉਹਦਾ ਚਿੰਤਨ ਕਰਦਿਆਂ, ਉਹਦੀ ਹਿਰਦੇ ਵਿੱਚ ਆਰਾਧਨਾ ਕਰਦਿਆਂ ਅਤੇ ਸਾਧ ਵਰਗੇ ਪੁਰਖ ਦੇ ਅਨੁਭਵ ਨੂੰ ਕਮਾਉਂਦਿਆਂ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਿਵੇਂ ਸੂਫੀਵਾਦ ਦੇ ਵਿੱਚ ਨਾ ਇੱਕ ਫਕੀਰ ਦੀ ਗੱਲ ਮਿਲਦੀ ਹੈ, ਤਾਂ ਉਹਦੇ ਕੋਲ ਕੋਈ ਜਗਿਆਸੂ ਗਿਆ ਅਤੇ ਉਹ ਕਹਿੰਦਾ ਮੈਨੂੰ ਆਪਣਾ ਨਫਸ ਮਾਰਨਾ ਦੱਸੋ। ਤਾਂ ਉਹ ਨਫਸ ਮਾਰਨਾ ਕਹਿੰਦਾ ਕਿ ਉਹ ਸੂਫੀ ਫਕੀਰ ਕਹਿਣ ਲੱਗਾ ਕਿ ਨਫਸ ਮਤਲਬ ਵਿਗੜਿਆ ਹੋਇਆ ਮਨ, ਉਹ ਕਹਿੰਦਾ ਇੰਜ ਨਹੀਂ ਸ਼ੁੱਧ ਹੋਣਾ, ਤੂੰ ਮੇਰੇ ਕੋਲ ਰਹਿ ਤੈਨੂੰ ਫਿਰ ਦੱਸੂਗਾ। ਉਹਦੇ ਕੋਲ ਨਾ ਇੱਕ ਮੈਲ ਦੇ ਨਾਲ ਭਰਿਆ ਹੋਇਆ ਭਾਂਡਾ ਸੀ। ਮਹਾਤਮਾ ਰੋਜ਼ ਉਹਨੂੰ ਸਵੇਰੇ ਉੱਠ ਕੇ 2 ਘੰਟੇ ਮਾਂਜਦਾ ਸੀ ਉਹ ਸੂਫੀ ਫਕੀਰ। ਤਾਂ ਉਹ 10-15 ਦਿਨ ਰਿਹਾ ਤਾਂ ਉਹ ਕਹਿਣ ਲੱਗਾ ਕਿ ਇਹ ਭਾਂਡਾ ਜਦੋਂ ਤੂੰ ਪਹਿਲਾਂ ਦੇਖਿਆ ਸੀ ਕਿਹੋ ਜਿਹਾ ਸੀ? ਕਹਿੰਦਾ ਬੜਾ ਕਾਲਾ ਸੀ। ਕਹਿੰਦਾ ਹੁਣ ਕਹਿੰਦਾ ਕੁਝ ਸਾਫ਼ ਹੋ ਗਿਆ। ਕਹਿੰਦਾ ਇਸ ਕਰਕੇ ਨਫਸ ਨੂੰ ਮਾਂਜਣ ਦਾ ਮਤਲਬ ਹੈ ਰੋਜ਼ਾਨਾ ਚਿੰਤਨ ਕਰਨਾ ਪਏਗਾ, ਰੋਜ਼ਾਨਾ ਸਾਧਨਾ ਕਰਨੀ ਪਏਗੀ ਤਾਂ ਨਫਸ ਮਰੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਰਹੰਤਾ ਜਨਮ ਮਰਣੇਨ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ ਜਿਹੜੇ ਨਾਨਕ ਹਰ ਕੀਰਤਨ ਅਤੇ ਕੀਰਤਨ ਦਾ ਆਹਾਰ ਬਣਾ ਕੇ ਜਿਉਂਦੇ ਹਨ। ਇਸ ਪ੍ਰਕਾਰ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਅੱਜ ਦੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਸਾਧ ਕਾ ਬਚਨ, 52 ਗੁਰਬਾਣੀ ਵਿੱਚ ਹੁੰਦਾ ਅਮਲੀਕ ਸਾਧ ਕੇ ਬਚਨ, ਕਿ ਭਾਵ ਸਾਧ ਦੇ ਬਚਨ ਅਮਲੀਕ ਨੇ, ਅਮੋਲਕ ਨੇ। ਪਹਿਲੀ ਗੱਲ ਪ੍ਰਾਪਤ ਕਰਨ ਦਾ ਢੰਗ ਹੋਵੇ, ਫਿਰ ਬਚਨ ਕਮਾਉਣ ਦਾ ਢੰਗ ਹੋਵੇ, ਅਤੇ ਫਿਰ ਜਦੋਂ ਬਚਨ ਕਮਾਇਆ ਜਾਵੇ ਤਾਂ ਫਿਰ ਜੀਵਨ ਦੇ ਵਿੱਚ ਬੰਦਗੀ ਦਾ ਅਨੁਭਵ ਵਾਪਰਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ। ਪਾਵਨ ਸ਼ਲੋਕ ਦਾ ਭਾਵ ਉਪਦੇਸ਼। ਔਰ ਦੂਜੀ ਗੱਲ, ਕਈ ਅੱਜ ਵਾਰੀ ਜ਼ਿਕਰ ਕਰਦੇ ਨੇ ਜੀ ਪੂਰਨ ਸਾਧ ਤਾਂ ਕਿਤੇ ਮਿਲਦਾ ਨਹੀਂ, ਤਾਂ ਮੈਂ ਕਿਹਾ ਫਿਰ ਆਪ ਬਣ ਜਾਓ। ਗੁਰਬਾਣੀ ਦੇ ਵਿੱਚ ਸਾਧ ਬਣਨ ਦੀਆਂ ਕਿੰਨੀਆਂ ਵਿਧੀਆਂ ਨੇ, ਆਪ ਬਣ ਜਾਓ। ਕਾਰੋਬਾਰੀ ਬਣ ਗਏ ਹੋ, ਡਾਕਟਰ ਬਣ ਗਏ ਹੋ, ਇੰਜੀਨੀਅਰ ਬਣ ਗਏ ਹੋ, ਸਾਧ ਵੀ ਤਾਂ ਬਣ ਹੀ ਸਕਦੇ ਹੋ, ਐਡੀ ਕਿਹੜੀ ਗੱਲ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੰਤਾ ਜਨਮ ਮਰਣੇਨ ਨਾਨ ਰਮਣੰ ਨਾਨਕ ਹਰਿ ਕੀਰਤਨੇ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਸਤਿਗੁਰੂ ਕਿਰਪਾ ਕਰਨ। ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਬਾਣੀ ਵਿਆਖਿਆ ਦਾ ਯਤਨ ਤਾਂ ਆਪਣੇ ਵੱਲੋਂ ਵਧੇਕ ਕਰਨ ਦਾ ਖਿਆਲ ਰਹਿੰਦਾ ਹੈ, ਪਰ ਸਤਿਗੁਰੂ ਕਾ ਵਾਕ ਜਿਤਨੀ ਮਤ ਬੁੱਧ ਬਖਸ਼ਦਾ ਉਸ ਤੋਂ ਅੱਗੇ ਵਸੀ ਨਹੀਂ ਜਾ ਸਕਦਾ। ਗੁਰੂ ਕਿਰਪਾ ਕਰੇ ਸਾਡਾ ਐਸਾ ਅਭਿਆਸ, ਐਸਾ ਕਰਮ, ਐਸੀ ਪ੍ਰੀਤ ਬਣੀ ਰਹੇ ਕਿ ਗੁਰੂ ਸ਼ਬਦ ਵਿਚਾਰ ਦੀ ਰਹਿਮਤ ਨੂੰ ਮਾਣਨ ਦਾ ਸਦਾ ਹੀ ਅਭਿਆਸ ਕਰਦੇ ਰਹੀਏ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।